ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਰਮੇਸ਼ਰ ਵਾਹਿਗੁਰੂ ਨੇ ਸਮਾਂ ਬਖਸ਼ਿਆ ਆਪਣੀ ਸਿਫਤ ਸਲਾਹ ਕਰਾਉਣ ਦਾ। ਮਨੁੱਖਾ ਸਰੀਰ ਦੀ ਸਫਲਤਾ ਇਸੇ ਵਿੱਚ ਹੈ। ਉਮਰ ਉਹਾ ਵਿੱਚ ਲੇਖੇ ਦੇ ਯਾਦ ਸਾਈਂ ਵਿੱਚ ਗੁਜ਼ਰੇ। ਕੁਝ ਸਮਾਂ ਵਾਹਿਗੁਰੂ ਦੇ ਅਰਪਣ ਕਰਨ ਲਈ ਮਨ ਬਿਰਤੀਆਂ ਇਕਾਗਰ ਕਰੋ। ਜਿਹੜਾ ਸ਼ਬਦ ਆਪ ਜੀ ਨੇ ਸੁਣਿਆ ਹੈ, ਇਸ ਸ਼ਬਦ ਦੇ ਵਿੱਚ ਥੋੜੇ ਜਿਹੇ ਅੱਖਰਾਂ ਦਾ ਜੋ ਭੇਦ ਹੈ, ਪਹਿਲਾਂ ਉਹ ਸਰਵਣ ਕਰ ਲਓ, ਉਸ ਤੋਂ ਬਾਅਦ ਫਿਰ ਸ਼ਬਦ ਦੀ ਵਿਚਾਰ ਆਰੰਭ ਹੋਏਗੀ। ਗੁਰੂ ਕਿਰਪਾ ਕਰੇ, ਪਹਿਲਾਂ ਸ਼ਬਦ ਦੀ ਉਥਾਨ ਕਾ ਕਦੋਂ ਕਿਸ ਥਾਂ ਤੇ ਉਚਾਰਨ ਕੀਤਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10 ਅੰਗ ਦੇ ਉੱਤੇ ਇਹ ਸ਼ਬਦ ਰਹਿ ਰਾਸ ਸਾਹਿਬ ਦੇ ਵਿੱਚ ਹੈ, ਅਤੇ ਦੂਸਰਾ ਆਸਾ ਰਾਗ ਦੇ ਅੰਦਰ 348 ਅੰਗ ਦੇ ਉੱਤੇ ਹੈ। ਇਹਨਾਂ ਦੇ ਪਾਠ ਭੇਦ ਰਹਿ ਰਾਸ ਸਾਹਿਬ ਦੇ ਅੰਦਰ ਆਏਗਾ ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਦੋਂ ਕਿ ਆਸਾ ਰਾਗ ਵਿੱਚ ਆਏਗਾ ਆਸਾ ਮਹੱਲਾ ਚੌਥਾ। ਬਸ ਇਸ ਤੋਂ ਬਾਅਦ ਤੂੰ ਘਟ ਘਟ ਅੰਤਰ ਸਭ ਨਿਰੰਤਰ ਇੱਥੋਂ ਸ਼ੁਰੂ ਹੋਏਗਾ। ਇੱਕ ਤਾਂ ਇਹ ਭੇਦ ਹੈ ਕਿ ਰਹਿ ਰਾਸ ਸਾਹਿਬ ਦੇ ਵਿੱਚ ਮੰਗਲ ਵੀ ਹੈ ਤੇ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਹ ਸ਼ਬਦ ਉਚਾਰਨ ਕੀਤਾ ਹੋਇਆ ਤੇ ਨਾਲ ਮੰਗਲ ਹੈ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਵਿੱਚ ਨਹੀਂ ਹੈ। ਅੱਗੇ ਪਦ ਹੈ ਤੂੰ ਘਟ ਘਟ ਅੰਤਰ। ਆਸਾ ਰਾਗ ਦੇ ਵਿੱਚ ਆਏਗਾ ਤੂੰ, ਉਹਦੇ ਤੇ ਟਿੱਪੀ ਲੱਗੀ ਹੋਏਗੀ, ਇੱਥੇ ਟਿੱਪੀ ਨਹੀਂ ਹੈ। ਸੇ ਮੁਕਤ ਸੇਵਤ ਪਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਾਂ ਕੀ ਫਾਸੀ। ਇਹਦੇ ਚ ਦੋ ਭੇਦ ਇਸ ਤੁਕ ਵਿੱਚ ਆਉਣਗੇ। ਜਦੋਂ ਆਸਾ ਰਾਗ ਵਿੱਚ ਪੜੋਗੇ ਉਹਦੇ ਚ ਆਏਗਾ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਸੇ ਮੁਕਤ ਹੈ ਜਿਨ ਹਰ ਧਿਆਇਆ ਜੀਓ। ਇੱਥੇ ਜੀ, ਉੱਥੇ ਜੀਓ। ਇੱਥੇ ਟੂਟੀ ਹੈ, ਉੱਥੇ ਟੂਟੀ ਆਊਗੀ ਟੈਂਕਿਆਂ ਦੇ ਨਾਲ, ਇੱਥੇ ਤੱਤੇ ਨਾਲ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ। ਆਸਾ ਰਾਗ ਵਿੱਚ ਜੀਓ ਆਏਗਾ, ਇੱਥੇ ਜੀ ਹੈ। ਜਿਨ ਸੇਵਿਆ ਮੇਰਾ ਹਰ ਜੀ। ਤੇ ਇਸ ਦੇ ਵਿੱਚ ਜਿਨ ਸੇਵਿਆ ਮੇਰਾ ਹਰ ਜੀਓ। ਤੇ ਅੱਗੇ ਪਾਠ ਹੈਗਾ ਪਰੇ ਬੇਅੰਤਾ। ਇੱਥੇ ਬੱਬੇ ਨੂੰ ਸਿਹਾਰੀ ਨਾਲ, ਉੱਥੇ ਬੱਬੇ ਨੂੰ ਲਾਂ ਨਾਲ ਆਏਗਾ ਬੇਅੰਤ। ਇਹ ਤਾਂ ਸੀ ਇਹਦੇ ਪਾਠ ਦੇ ਭੇਦ। ਹੁਣ ਇਹ ਸ਼ਬਦ ਦੀ ਉਚਾਰਨ ਕਦੋਂ ਹੋਇਆ, ਕਿਵੇਂ ਹੋਇਆ, ਕੀ ਇਹਦਾ ਭਾਵ ਹੈ, ਉਹਦੇ ਵਿੱਚ ਐਸਾ ਹੈ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਸਨ, ਗੁਰਸਿੱਖਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਗਰੀਬ ਨਵਾਜ਼। ਇੱਕ ਬੇਨਤੀ ਹੈ ਕਿ ਜਿਵੇਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੋਦਰ ਦੀ ਬਾਣੀ ਉਚਾਰਨ ਕੀਤੀ ਹੈ, ਉਹਦੇ ਚ ਵਾਹਿਗੁਰੂ ਦੇ ਦਰ ਘਰ ਦਾ ਵੇਰਵਾ ਦਿੱਤਾ ਹੈ, ਸਿੱਖਿਆ ਦਿੱਤੀ, ਸਮਝਾਇਆ ਹੈ ਕੈਸਾ ਹੈ। ਤੇ ਉਵੇਂ ਆਪ ਜੀ ਕਿਰਪਾ ਕਰੋ, ਕੋਈ ਐਸੀ ਬਾਣੀ ਬਖਸ਼ਿਸ਼ ਕਰੋ ਜਿਹਦੇ ਦੁਆਰਾ ਅਕਾਲ ਪੁਰਖ ਦੀ ਉਸਤਤ ਉਸੇ ਢੰਗ ਤਰੀਕੇ ਨਾਲ ਹੋਵੇ। ਤੇ ਉਸ ਸਮੇਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਸੰਗਤਾਂ ਦੀ ਇਹ ਬੇਨਤੀ ਮੰਨ ਕੇ ਸੋਦਰ ਦੀ ਨਿਆਈ, ਸੋ ਪੁਰਖ, ਉਥੇ ਸੋਦਰ ਇੱਥੇ ਸੋ ਪੁਰਖ, ਇਹ ਬਾਣੀ ਉਚਾਰਨ ਕੀਤੀ। ਇਹ ਸ਼ਬਦ ਦਾ ਨਾਂ ਸੋ ਪੁਰਖ ਰੱਖਿਆ। ਤੋ ਇਸ ਕਰਕੇ ਆਸਾ ਰਾਗ ਵਿੱਚ ਉਚਾਰਨ ਕੀਤਾ। ਇਹਦਾ ਸਿਰਲੇਖ ਸੋ ਪੁਰਖ ਰੱਖਿਆ ਤੇ ਇਸ ਦੇ ਅਰਥ ਕਿ ਸਤਿਗੁਰੂ ਦੇ ਸਨਮੁਖ ਚਿੱਤ ਨੂੰ ਜੋੜ ਕੇ ਸੋ ਤਤਪਦ ਦਾ ਲੱਖ ਅਰਥ ਰੂਪ ਪੁਰਖ ਪੂਰਨ, ਪੁਰਖ ਦਾ ਅਰਥ ਹੀ ਪੂਰਨ ਹੁੰਦਾ ਹੈ। ਉਹਦੇ ਵਿੱਚ ਚਿੱਤ ਨੂੰ ਅਰਾਧਿਆ ਕਰੋ ਕਿ ਜਿਵੇਂ ਸੋ ਦਰ ਦੇ ਵਿੱਚ ਸੋ ਪੁਰਖ ਪਰਮੇਸ਼ਰ ਦੇ ਦਰ ਘਰ ਦਾ ਕਥਨ ਹੈ, ਉਸੇ ਤਰ੍ਹਾਂ ਇਸ ਬਾਣੀ ਦੇ ਸੋ ਉਸ ਪੁਰਖ ਪੂਰਨ ਵਿਆਪਕ ਵਾਹਿਗੁਰੂ ਦਾ ਕਥਨ ਹੈ। ਸੋ ਪੁਰਖ, ਉਹ ਪੁਰਖ, ਪੁਰਖ ਦਾ ਅਰਥ ਪੂਰਨ ਵਿਆਪਕ ਪ੍ਰਭੂ, ਜਾਂ ਸੋ ਉਹ ਪ੍ਰਭੂ ਜੋ ਪੂ ਨਾਮ ਨਰਕ ਦਾ ਹੈ,
ਰੱਖ ਰੱਖਿਆ ਕਰਨ ਵਾਲਾ ਹੈ। ਸੋ ਉਹ ਪ੍ਰਭੂ ਜੋ ਪੁਰਖ ਪੌਰਖ ਭਾਵ ਪੁਰਸ਼ਾਰਥ ਉਦਮ ਦੇਣ ਵਾਲਾ ਹੈ। ਸੋ ਪੁਰਖ ਕਾਵਿ ਅਨੁਸਾਰ ਇੱਕ ਛੰਦ ਦੀ ਚਾਲ ਹੈ। ਸੋ ਪੁਰਖ ਬਾਣੀ ਦਾ ਸਿਰਲੇਖ ਹੈ, ਜਿਸ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਕੀਤਾ ਹੈ ਤੇ ਮੰਗਲ ਹੈ। ਤੇ ਇਸ ਮੰਗਲ ਦਾ ਜੋ ਆਪ ਜੀ ਨੇ ਪਾਠ ਪਹਿਲਾਂ ਸੁਣਿਆ, ਦੁਬਾਰੇ ਬੋਲ ਜੀ ਇੱਕ ਓੰਕਾਰ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। तो बाकी ਦੇ ਅਰਥ ਸੁਣ ਲੈ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਉਹ ਅਦਵੈਤ ਸਰੂਪ ਹੈ ਪਰਮੇਸ਼ਰ। ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ। ਸਤਿਗੁਰੂ ਕਿਰਪਾ ਕਰ ਦੇਣ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤੇ ਆਸਾ ਰਾਗ ਦੇ ਵਿੱਚ ਹੋਣ ਕਰਕੇ ਆਸਾ ਮਹੱਲਾ ਚੌਥਾ ਕਿਹਾ। ਸੋ ਉਹ ਪੁਰਖ ਵਿਆਪਕ ਤੇ ਉਚਾਰਨ ਕਰਨ ਮਾਤਰ ਸੇ ਉਤਾਰਨ ਕਰਨ ਵਾਲੇ ਦੀ ਰੱਖਿਆ ਕਰੇ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ, ਉਹਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸੋ ਆਓ ਹੁਣ ਅੱਗੇ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ ਸੁਣੋ ਜੀ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। हे ਗੁਰਸਿੱਖੋ, ਸੋ ਉਹ ਪੁਰਖ ਕਹੀਏ ਪੂਰਨ ਵਿਆਪਕ ਪ੍ਰਭੂ ਮਾਲਕ ਹੈ ਜਿਹੜਾ ਸਾਰਿਆਂ ਦਾ। ਨਿਰੰਜਨ ਮਾਇਆ ਦੀ ਕਾਲਕਸ਼ ਤੋਂ ਰਹਿਤ ਹੈ, ਸੁੱਧ ਸਰੂਪ ਹੈ। ਨਿਰਨਾਮ ਰਹਿਤ ਹੁੰਦਾ, ਮਲ ਨਾਮ ਮਾਇਆ ਹੈ। ਮਾਇਆ ਦੀ ਮੈਲ ਤੋਂ ਰਹਿਤ ਹੈ। ਉਹ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ। ਹਰ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ ਹੈ। ਪੁਰਖ ਊ ਨਾਮ ਨਰਕਾਂ ਦਾ, ਰੱਖ ਨਾਮ ਰੱਖਿਆ ਕਰਨ ਵਾਲੇ ਦਾ। ਜਿਸ ਦਾ ਸਰਗੁਣ ਸਰੂਪ ਨਿਰੰਜਨ ਬਿਨਾਂ ਰੰਜੀ ਤੋਂ ਹੈ। ਰੰਜੀ ਫਾਰਸੀ ਦੇ ਵਿੱਚ ਦੁੱਖ ਨੂੰ ਕਹਿੰਦੇ ਨੇ, ਤਕਲੀਫ ਨੂੰ ਕਹਿੰਦੇ ਨੇ, ਰੋਗ ਨੂੰ ਕਿਹਾ ਜਾਂਦਾ ਹੈ। ਉਹ ਤੋਂ ਬਿਨਾਂ ਹੈ। ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਪਾਵੇ ਕੇ ਆਨੰਦ ਸਰੂਪ ਹੈ। ਉਹ ਹਰ ਪ੍ਰਭੂ ਅਗਮ ਅਗਮ ਅਪਾਰਾ। ਮਨ ਬਾਣੀ ਇਹਦੀ ਪਹੁੰਚ ਤੋਂ ਪਰੇ ਹੋਣ ਕਰਕੇ ਅਪਾਰਾ ਪਾਰਾਵਾਰ ਤੋਂ ਰਹਿਤ ਹੈ। ਉਹ ਪ੍ਰਭੂ ਅਗਮਾਂ ਵੇਦਾਂ ਕਰਕੇ ਵੀ ਅਗਮ ਹੈ ਤੇ ਪ੍ਰਕਿਰਤੀ ਕਰਕੇ ਵੀ ਅਪਾਰਾ ਪਾਰਾਵਾਰ ਤੋਂ ਰਹਿਤ ਹੈ। ਜੈਸਾ ਕਿ ਅਗਮ ਅਗਮ ਅਗਾਧ ਬੋਧ ਕੀਮਤ ਪਰੇ ਨਾ ਪਾਵੋ। ਇਹਦਾ ਅਧਿਹਾਰ ਕਰਕੇ, ਤੇ ਅਧਿਹਾਰ ਦਾ ਮਤਲਬ ਹੁੰਦਾ ਹੈ ਵੀ ਵਿਆਖਿਆ ਕਰਨ ਵੇਲੇ ਕੁਝ ਜਿਹੜੀ ਵਿਆਖਿਆ ਦੇ ਅੱਖਰ ਕੋਲੋਂ ਲਾ ਲੈਣੇ, ਉਹਨੂੰ ਵਿਆਖਿਆ ਨੂੰ ਸਪਸ਼ਟ ਕਰਨ ਵਾਸਤੇ ਉਹਨੂੰ ਕਹਿੰਦੇ ਸ਼ਬਦ ਦਾ ਅਧਿਹਾਰ ਕਰਨਾ। ਕਿਉਂ ਜੇ ਇਕੱਲਾ ਅਧਿਹਾਰ ਕਰੀ ਵੀ ਸਮਝ ਨਹੀਂ ਆਉਣੀ ਬਾਤ ਵੀ ਅਧਿਹਾਰ ਹੁੰਦਾ ਕੀ ਹੈ। ਤੋ ਇਸ ਕਰਕੇ ਅਧਿਹਾਰ ਕਰਕੇ ਇਹਦਾ ਅਰਥ ਕਰਨਾ ਹੈ। ਸੋ ਹਰੀ ਨਿਰੰਜਨ ਪੁਰਖ ਪਿੱਛੇ ਵੀ ਅਗਮ ਸੀ। ਸੋ ਹਰੀ ਨਿਰੰਜਨ ਪੁਰਖ ਹੁਣ ਵੀ ਅਗਮ ਹੈ। ਹਰੀ ਪੁਰਖ ਨਿਰੰਜਨ ਅੱਗੇ में ਵੀ ਅਪਾਰਾ ਪਾਰਾਵਾਰ ਤੋਂ ਰਹਿਤ ਅਪਾਰ ਹੋਵੇਗਾ। ਇਸੇ ਦਾ ਦੂਸਰਾ ਅਰਥ ਹਾਂਜੀ ਫੇਰ ਬੋਲੋ। ਸੋ ਪੁਰਖ ਸੋ ਪੁਰਖ ਨਿਰੰਜਨ हे ਜਿਗਿਆਸੂ ਜਨੋ, हे ਜਿਗਿਆਸੂ ਜਨੋ। ਸੋ ਉਹ ਪਰਮੇਸ਼ਰ ਪੁਰਖ ਵਿਆਪਕ ਨਿਰੰਜਨ ਸੁੱਧ ਸਰੂਪ ਸਤਿਯੁਗ ਦੇ ਵਿੱਚ ਸੀ, ਸਤਿਯੁਗ ਦੇ ਵਿੱਚ ਵੀ ਸੀ। ਹਰ ਪੁਰਖ ਨਿਰੰਜਨ ਉਹ ਹਰੀ ਪਰਮੇਸ਼ਰ ਪੁਰਖ ਵਾਹਿਗੁਰੂ ਨਿਰੰਜਨ ਸੁੱਧ ਸਰੂਪ ਉਹ ਤ੍ਰੇਤੇ ਦੇ ਵਿੱਚ ਵੀ ਸੀ। ਹਰ ਅਗਮ ਅਗਮ ਅਪਾਰਾ। ਉਹ ਹਰ ਹਰੀ ਪੁਰਸ਼ ਵਾਹਿਗੁਰੂ ਅਗਮ ਗਮਤਾ ਸ਼ਾਸਤਰਾਂ ਕਰਕੇ ਵੀ, ਸ਼ਾਸਤਰਾਂ ਦੁਆਰੇ ਦੁਆਪਰ ਦੇ ਵਿੱਚ ਵੀ ਸੀ ਤੇ ਹੁਣ ਕਲਯੁਗ ਦੇ ਵਿੱਚ ਵੀ ਹੈ। ਪਿੱਛੇ ਵੀ ਸੀ, ਅੱਗੇ ਨੂੰ ਵੀ ਹੋ ਗਿਆ। ਬਾਰ-ਬਾਰ ਤੋਂ ਰਹਿਤ ਹੈ। ਉਹੀ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਸੋ ਪੁਰਖ ਨਿਰੰਜਨ ਈਸ਼ਵਰ ਦਾ ਸੁੱਧ ਸਰੂਪ ਵੀ ਆਪ ਹੀ ਹੈ। ਹਰ ਪੁਰਖ ਨਿਰੰਜਨ ਜੀਵ ਦਾ ਸੁੱਧ ਸਰੂਪ ਵੀ ਆਪ ਹੀ ਹੈ। ਉਹਦੀ ਸੱਤਾ ਹੈ। ਹਰ ਅਗਮਾਗਮ ਪਾਰਾ। ਅਗਮ ਜੋ ਗਮਤਾ ਪਾਰਾਵਾਰ ਤੋਂ ਰਹਿਤ, ਉਹਦਾ ਅਸਪਦ ਰੂਪ ਵੀ ਆਪ ਹੀ ਹੈ। ਸੁੱਧ ਨਿਰਗੁਣ ਸਰੂਪ ਤੇਰਾ ਅਗੰਮ ਹੈ। ਗਮਤਾ ਤੋਂ ਰਹਿਤ ਹੈ। ਅਗਮ ਦਾ ਅਰਥ ਹੈ ਅਗੰਮ। ਉੱਥੇ ਭਾਵੇਂ ਟਿੱਪੀ ਨਹੀਂ ਹੈ ਅਰਥ ਵਿੱਚ। ਅਤੇ ਸਰਗੁਣ ਸਰੂਪ ਵੀ ਤੇਰਾ ਅਪਾਰ ਪਾਰਾਵਾਰ ਤੋਂ ਰਹਿਤ ਹੈ। ਇਸ ਕਰਕੇ ਪਾਰਾਵਾਰ ਤੋਂ ਰਹਿਤ ਹੋਣ ਕਰਕੇ ਤੂੰ ਅਗੰਮ ਹੈ। ਸ਼ੰਕਾਵਾਦੀ ਦੀ ਸ਼ੰਕਾ ਹੈ ਕਿ ਜੀ ਇਹਦੇ 'ਚ ਅਤੀ ਵਿਆਪਤੀ ਦੋਸ਼ ਜਾਂ ਗੌਰਵ ਦੋਸ਼ ਦੋ ਪ੍ਰਤੀਤ ਹੁੰਦੇ ਹੈ। ਗੌਰਵ ਦੋਸ਼ ਉਸ ਨੂੰ ਕਹਿੰਦੇ ਨੇ ਅਤ ਸਮਗਰੀ ਗੌਰਵ ਦੋਸ਼। ਅਤ ਸਮਗਰੀ ਗੌਰਵ ਦੋਸ਼ ਹੁੰਦਾ ਵੀ ਜਿੱਥੇ ਥੋੜੇ ਪਦਾਂ ਨਾਲ ਸਰ ਜਵੇ, ਬਹੁਤੇ ਪਦ ਵਰਤ ਲੈਣੇ, ਉਹਨੂੰ ਕਹਿੰਦੇ ਵੀ ਇਹ ਦੋਸ਼ ਹੈ। ਅਤੀ ਵਿਆਪਤੀ ਦੋਸ਼ ਇਹ ਹੈ ਵੀ ਜਿਹੜਾ ਬਹੁਤੇ
ਇੱਕ ਲਕਸ਼ ਦਾ ਵਿੱਚ ਕੀਤਾ ਅਰਥ ਤੇ ਜਾ ਕੇ ਬਿਨਾਂ ਦਸੀ ਚੀਜ਼ਾਂ ਦੇ ਵਿੱਚ ਵੀ ਵਰਤਵੇ, ਬਹੁਤਿਆਂ ਵਿੱਚ ਵਰਤਵੇ, ਦੱਸਿਆ ਇੱਕ ਨੂੰ ਤੇ ਬਹੁਤੇ ਵਿੱਚ ਵਰਤ ਜਵੇ। ਮਹਾਰਾਜ ਕਹਿੰਦੇ ਨਹੀਂ, ਇਹਦੇ ਵਿੱਚ ਕੋਈ ਵੀ ਇਹ ਦੋਸ਼ ਨਹੀਂ ਹੈ, ਇਹ ਦੋਸ਼ ਰਹਿਤ ਹੈ, ਇਹਦੇ 'ਚ ਪੁਨਰ ਦੋਸ਼ ਵੀ ਨਹੀਂ ਹੈ। ਇਹ ਅਰਥ ਨੂੰ ਦ੍ਰਿੜ ਕਰਨ ਵਾਲੇ, ਇਹਦੇ 'ਚ ਅਸਲ ਦੇ ਵਿੱਚ ਕੀ ਹੈ, ਵੀਪਸਾ ਅਲੰਕਾਰ, ਉਹਨੂੰ ਕਹਿੰਦੇ ਵੀਪਸਾ ਅਲੰਕਾਰ। ਜਿਹੜਾ ਵੀਪਸਾ ਅਲੰਕਾਰ ਹੁੰਦਾ ਹੈ ਉਹ ਅਰਥ ਨੂੰ ਦ੍ਰਿੜ ਕਰਾਉਣ ਵਾਸਤੇ ਕ੍ਰੋਧ, ਸ਼ੋਕ, ਆਨੰਦ ਦੇ ਪ੍ਰਭਾਵ ਹੇਠ ਤੇ ਉਸ ਦੇ ਭਾਵ ਨੂੰ ਲੈ ਕੇ ਤੇ ਇੱਕੋ ਅਰਥ ਨੂੰ ਦ੍ਰਿੜ ਕਰਨ ਵਾਸਤੇ ਬਾਰ-ਬਾਰ ਉਹੀ ਪਦ ਉਚਾਰਨ ਕੀਤਾ ਗਿਆ ਹੋਵੇ ਤੇ ਉਸ ਪਦ ਨੂੰ ਕਿਹਾ ਜਾਂਦਾ ਹੈ ਵੀਪਸਾ ਅਲੰਕਾਰ। ਵੀਪਸੇ ਅਲੰਕਾਰ ਦੇ ਵਿੱਚ ਇਹ ਹੁੰਦਾ ਹੈ ਵੀ ਉਹਦੇ ਵਿੱਚ ਪੁਨਰਕਤ ਦੋਸ਼ ਨਹੀਂ ਹੁੰਦਾ, ਵੀ ਇਹ ਵਾਰ-ਵਾਰ ਕਿਉਂ ਪੰਕਤੀ ਹੈ, ਇਹ ਦੋਸ਼ ਨਹੀਂ। ਇਸ ਕਰਕੇ ਇਹ ਦੋਸ਼ ਤੋਂ ਰਹਿਤ ਹੈ ਇਹ ਬਾਤ। ਸ਼ੰਕਾਵਾਦੀ ਜਿਹੜੇ ਸੋ ਪੁਰਖ ਨਿਰੰਜਨ, ਉਹਨੇ ਕਿਹਾ ਵੀ ਇਹ ਕਹਿੰਦੇ ਵੀ ਜਦੋਂ ਸਾਰੇ ਪਦਾਂ ਦਾ ਅਰਥ ਬਣਦਾ ਹੈ, ਅਰਥ ਅਲੱਗ-ਅਲੱਗ ਹੈ, ਫਿਰ ਉਹ ਪਦ ਹੁਣ ਜਿਵੇਂ ਅੱਗੇ ਚੱਲ ਕੇ ਗੁਰਬਾਣੀ ਦੇ ਵਿੱਚ ਹਰ ਸ਼ਬਦ ਇੱਕ ਤੁਕ ਦੇ ਵਿੱਚ 8 ਵਾਰੀ ਆ ਜਾਣਾ ਤੇ ਭਾਈ ਸਾਹਿਬ ਨੇ, ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਦੇ ਵਿੱਚ ਸਾਰੰਗ ਪਦ ਜਿਹੜਾ ਹੈ 16 ਵਾਰੀ ਵਰਤਿਆ। ਸਵਈਆ ਇੱਕ, ਉਹਦੇ ਵਿੱਚ ਇੱਕ ਲਾਈਨ ਦੇ ਵਿੱਚ 4 ਵਾਰੀ ਪਦ ਵਰਤਿਆ ਹੋਇਆ ਸਾਰੰਗ। ਤੋ ਇਸ ਕਰਕੇ ਸਾਰੰਗ ਪੈ ਕਈ ਉੱਤੇ ਹਰੇਕ ਸਾਰੰਗ ਦਾ 16 ਹੀ ਅਰਥ ਵੱਖਰੇ ਵੱਖਰੇ। ਜਦੋਂ ਅਰਥ ਬਣਦਾ ਹੋਵੇ ਤਾਂ ਉਹਦੇ 'ਚ ਦੋਸ਼ ਨਹੀਂ ਹੁੰਦਾ। ਸੋ ਪੁਰਖ ਨਿਰੰਜਨ ਤੁਸੀਂ ਇੰਨੇ ਕਹਿ ਰਹਿਣ ਦਿੰਦੇ, ਹਰ ਪੁਰਖ ਨਿਰੰਜਨ ਕਿਉਂ ਕਿਹਾ ਹੈ? ਇਹਦਾ ਉੱਤਰ ਹੈ ਤੇ ਪੁਰਖ ਨਿਰੰਜਨ, ਪਾਤਾ ਨਿਰੰਜਨ ਪੁਰਖ ਮਹਾਤਮਾ ਨੂੰ ਵੀ ਵਰਤਿਆ ਜਾਂਦਾ। ਲੱਛਣ ਬ੍ਰਹਮ ਦਾ ਸੀ, ਘਟ ਜਾਣਾ ਸੀ ਮਹਾਤਮਾ ਵਿੱਚ, ਇਸ ਲਈ ਹਰ ਪੁਰਖ ਨਿਰੰਜਨ ਕਿਹਾ। ਕਹਿੰਦੇ ਫਿਰ ਹਰ ਪੁਰਖ ਨਿਰੰਜਨ ਜਿਹੜੇ ਪਦ ਹੀ ਰਹਿਣ ਦੇ, ਹਰ ਅਗਮਾ ਨਾਲ ਅਗਮਾ ਪਦ ਕਿਹਾ। ਉਤਰ ਕੇ ਹਰ ਵਿਆਪਕ ਤਾਂ ਪ੍ਰਕਿਰਤੀ ਵੀ ਹੈ ਪਰ ਅਗਮ ਨਹੀਂ ਹੈ, ਇਸ ਕਰਕੇ ਪਰਮੇਸ਼ਰ ਵਾਹਿਗੁਰੂ ਗਮਤਾ ਤੋਂ ਪਰੇ। ਫਿਰ ਅਗਮੀ ਕਹਿੰਦੇ ਰਹਿਣ ਦਿੰਦੇ ਤੇ ਅਗਮਾ ਕਹਿ ਕੇ ਤੁਸੀਂ ਫਿਰ ਅਗਮ 2 ਵਾਰੀ ਕਹਿ ਦਿੱਤਾ ਹੈ। ਕਹਿੰਦੇ ਅਗਮ ਤਾਂ ਮਨ ਦੇ, ਮਨ ਹੈ ਜਿਹੜਾ ਉਹ ਮਨ ਵੀ ਇੰਦਰੀਆਂ ਤੋਂ ਪਰੇ ਹੈ, ਇੰਦਰੀਆਂ ਦੀ ਗਮਤਾ ਤੋਂ ਪਰੇ ਹੈ, ਪਰ ਉਹ ਬ੍ਰਹਮ ਮਨ ਤੋਂ ਵੀ ਅਗਮ ਹੈ, ਇਸ ਕਰਕੇ ਤਾਂ ਕਿਹਾ ਹੈ ਅਗਮ ਕਿਹਾ ਹੈ, ਜੋ ਗਮਾਂ ਫਿਕਰਾਂ ਤੋਂ ਰਹਿਤ ਹੈ। ਫਿਰ ਆਪ ਜੀ ਅਪਾਰਾਪਦ ਕਿਉਂ ਵਰਤਿਆ? ਸ਼ੰਕਾਵਾਦੀ ਕਹਿੰਦੇ ਮਨ ਇੰਦਰੀਆਂ ਦੇ ਅਗਮ ਹੈ, ਇਸ ਤੋਂ ਪਰੇ ਜੇ ਪ੍ਰਮਾਣੂ ਨੇ ਫਿਰ ਤੇ ਪ੍ਰਾਣ ਆਦਿ, ਪਰੰਤੂ ਇਹ ਸਾਰੇ ਬ੍ਰਹਮ ਪ੍ਰਮਾਣੂ ਜਿਹੜੇ ਪ੍ਰਮਾਣਾਂ ਤੋਂ ਵੀ ਬ੍ਰਹਮ ਜਿਹੜਾ ਪਰੇ ਹੈ। ਇਸ ਕਰਕੇ ਅਸੀਂ ਇਸ ਬ੍ਰਹਮ ਦਾ ਲੱਛਣ ਕਰਦਿਆਂ ਹੋਇਆਂ ਅਪਾਰਾਪਦ ਵਰਤਿਆ। ਇਸ ਤਰ੍ਹਾਂ ਵਿਚਾਰ ਕਰਕੇ ਅਸੀਂ ਇਹ ਕਹਿ ਸਕਦੇ ਵੀ ਇਹ ਸਾਰੀ ਕਥਨੀ ਜਿਹੜੀ ਹੈ ਅਤੀ ਵਿਅਕਤੀ ਦੋਸ਼ ਤੇ ਗੌਰਵਤਾ ਦੋਸ਼ ਤੋਂ ਰਹਿਤ ਹੈ। ਇਹ ਥੋੜੇ ਜਿਹੇ ਵਿਦਵਾਨਾਂ ਦੇ ਸਮਝਣ ਵਾਲੇ ਪਦ ਹੈ ਐਸੇ, ਪਰ ਫਿਰ ਵੀ ਕੋਸ਼ਿਸ਼ ਕਰਦੇ ਰਹੋ। ਹਾਂਜੀ, ਅੱਗੇ ਫਰਮਾਨ ਕਰਦੇ। ਸਭ ਧਾਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰ। ਜਦੋਂ ਇੱਕੋ ਪਦ 2 ਵਾਰੀ ਆਵੇ ਨੇ, ਜਿਵੇਂ ਸਭ ਧਿਆਵ ਹੈ, ਸਭ ਧਿਆਵ ਹੈ, ਇੱਕ ਵਾਰੀ ਵੀ ਉਹੀ ਗੱਲ ਹੈ, ਦੂਈ ਵਾਰ ਵੀ ਉਹੀ ਗੱਲ। ਇਹੀ ਵੀਪਸਾ ਅਲੰਕਾਰ ਹੈ। ਤੇ ਇੱਕ ਉਸੇ ਅਰਥ ਨੂੰ ਪੱਕਾ ਕਰਨ ਵਾਸਤੇ ਉਹ ਇੱਕ ਆਵਾਜ਼ ਮਾਰਦਾ, ਕਹਿੰਦਾ ਮੇਰੀ ਗੱਲ ਸੁਣ ਲਈ, ਕਹਿੰਦਾ ਹਾਂ ਹਾਂ ਸੁਣ ਲਈ। ਹਾਂ ਸੁਣ ਲਈ ਵੀ ਤਾਂ ਹੈ, ਕਹਿੰਦਾ ਹਾਂ ਹਾਂ ਸੁਣ ਲਈ। ਇਹ ਜਿਵੇਂ ਹਾਂ ਹਾਂ ਸੁਣ ਲਈ ਅਸੀਂ 2 ਵਾਰ ਕਹਿੰਦੇ, ਦੂਰੀ ਬੋਲੀ ਹੈ, ਇੱਕੋ ਅਰਥ ਨੂੰ ਦ੍ਰਿੜ ਪੱਕਾ ਕਰਨ ਵਾਸਤੇ ਮਹਾਰਾਜ ਕਹਿੰਦੇ ਸਭ ਧਿਆਵ ਹੈ, ਸਭ ਧਿਆਵ ਹੈ ਤੁਜੀ, ਵੀਪਸਾ ਅਲੰਕਾਰ ਹੈ। ਤੇ ਮੈਂ ਫਿਰ ਆਪ ਜੀ ਨੂੰ ਬੇਨਤੀ ਕਰਦਾ ਕਿ ਇੱਕੋ ਅਰਥ ਨੂੰ ਦ੍ਰਿੜ ਕਰਾਉਣ ਵਾਸਤੇ ਉਹਦੇ ਲਈ ਜੋ 2-3 ਵਾਰੀ ਪਦ ਉਹਦੀ ਅਰਥ ਦੀ ਪੁਸ਼ਟੀ ਲਈ ਵਰਤਿਆ ਗਿਆ ਹੋਵੇ, ਉਹਨੂੰ ਵੀਪਸਾ ਅਲੰਕਾਰ ਕਹਿੰਦੇ। ਉਹਦੇ ਅਨੁਸਾਰ ਹੀ ਜਗ ਦੇ ਸਿਰਜਣਹਾਰ ਸੱਚੇ ਪ੍ਰਭੂ, ਹੇ ਵਾਹਿਗੁਰੂ ਜੀ, ਤੁਧ ਕਹੀਏ ਤੈਨੂੰ ਸਭ ਧਿਆਵ ਹੈ। ਦੇਖੋ ਮੁਸਲਮਾਨ ਵੀ ਧਿਆਉਂਦੇ ਨੇ, ਤਰੀਕਾ ਭਾਵੇਂ ਉਹਨਾਂ ਦਾ ਅਲੱਗ ਹੈ। ਹਿੰਦੂ ਵੀ ਧਿਆਉਂਦੇ ਨੇ, ਤਰੀਕਾ ਵੱਖਰਾ ਹੋ ਸਕਦਾ ਹੈ। ਈਸਾਈ ਧਿਆਉਂਦੇ ਨੇ, ਤਰੀਕਾ ਵੱਖਰਾ, ਪਰ ਧਿਆ ਤਾਂ ਸਾਰੇ ਹੀ ਰਹੇ। ਦੇਵਤੇ ਧਿਆਉਂਦੇ ਨੇ, ਤਰੀਕਾ ਵੱਖਰਾ ਹੋ ਸਕਦਾ ਹੈ। ਸਾਰੇ ਧਿਆਉਂਦੇ ਨੇ ਤੈਨੂੰ। ਆਪ ਜੀ ਨਿਰਗੁਣ ਸਰੂਪ ਦੇ ਸਾਰੇ, ਜੋ ਤੁਹਾਡਾ ਨਿਰਗੁਣ ਸਰੂਪ ਹੈ ਉਹ ਸਾਰੇ ਧਿਆਉਂਦੇ ਨੇ ਉਸ ਨੂੰ। ਸਰਗੁਣ ਸਰੂਪ ਨੂੰ ਵੀ ਸਾਰੇ ਧਿਆਉਂਦੇ ਨੇ। ਪਿੱਛੇ ਭੂਤਕਾਲ ਦੇ ਵਿੱਚ ਵੀ ਤੈਨੂੰ ਧਿਆਉਂਦੇ ਸੀ, ਹੁਣ ਵਰਤਮਾਨ ਦੇ ਵਿੱਚ ਵੀ ਧਿਆ ਰਹੇ ਨੇ, ਅੱਗੇ ਨੂੰ ਵੀ ਧਿਆਉਂਦੇ ਰਹਿਣਗੇ, ਭਵਿੱਖਤ ਕਾਲ ਦੇ ਵਿੱਚ ਵੀ ਸਾਰੇ ਧਿਆਉਣਗੇ। ਸਾਰਿਆਂ ਦੇ ਧਿਆਉਣ ਯੋਗ ਸਿਰਜਣਹਾਰ ਸੱਚੇ ਵਾਹਿਗੁਰੂ ਆਪ ਜੀ ਨੂੰ ਸਾਰੇ ਜੀਵ ਧਿਆਉਂਦੇ ਨੇ।
ਤੈਨੂੰ ਸਾਰੇ ਮਨ ਬਾਣੀ ਸਰੀਰ ਕਰਕੇ ਧਿਆਉਂਦੇ ਨੇ। ਧਿਆਉਣ ਵਾਲੇ ਹੋ ਕੇ ਸਾਰੇ ਜੀਵ ਤੈਨੂੰ ਧਿਆਉਂਦੇ ਨੇ। ਸੱਸਾ ਤੇ ਭੱਬੇ ਨੂੰ ਅਲੱਗ ਕਰ ਲਈਏ। ਸਾ ਦਾ ਅਰਥ ਹੈ ਸਹਿਤ। ਭੈ ਦੇ ਸਹਿਤ ਧਿਆਉਂਦੇ ਨੇ। ਭੈ ਦਾ ਅਰਥ ਹੋ ਗਿਆ ਭੈ। ਸਭ ਦਾ ਅਰਥ ਅੱਖਰ ਤੋੜ ਕੇ ਕੀਤਾ, ਉਹਦੇ ਵਿੱਚੋਂ ਅਰਥ ਨਿਕਲਿਆ। ਇਸ ਪ੍ਰਕਾਰ ਤੈਨੂੰ ਧਿਆਉਂਦੇ ਹਨ ਜੀ। ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ। ਕੈਸੀ ਸੁੰਦਰ ਰਚਨਾ ਮਹਾਰਾਜ ਦੀ। ਹੇ ਵਾਹਿਗੁਰੂ, 84 ਲੱਖ ਜੋਨਾਂ ਜਿਹੜੀਆਂ ਸਭ ਜੀ, ਇਹ ਜੀਵ ਤੁਮਾਰੇ ਤੁਹਾਡੇ ਹੀ ਨੇ। ਸਾਰੇ ਜੀਵਾਂ ਦਾ ਦਾਤਾਰਾ ਕੀ ਹੈ? ਦਾਤਾ ਉਹ ਤੂੰ ਆਪ ਹੈ। ਆਪ ਹੀ ਜੀਵਾਂ ਨੂੰ ਰੋਜੀ, ਗਿਆਨ, ਪਿਆਰ, ਬ੍ਰਹਮ ਵਿਦਿਆ, ਸਵਾਸ, ਇਹ ਸਭ ਕੁਝ ਤੇਰੀਆਂ ਹੀ ਤਾਂ ਦਾਤਾਂ ਦਿੱਤੀਆਂ। ਜਿਹੜੇ ਸਵਾਸ ਹਨ ਸਾਡੇ ਕੋਲ, ਨਾ ਤਾਂ ਸਾਡੇ ਮਾਂ-ਬਾਪ ਨੇ ਬਣਾਏ ਨੇ ਇਹ, ਨਾ ਕਿਸੇ ਬੜੇ ਬੜੇ ਵਿਗਿਆਨੀ ਜਿਹੜੇ ਕਹਿ ਦਈਏ ਜਾਂ ਕਿਤੇ ਰਾਜੇ ਮਹਾਰਾਜੇ ਨੇ ਬਣਾਏ ਹੈ। ਇਹ ਸਵਾਸ ਸਾਨੂੰ ਵਾਹਿਗੁਰੂ ਨੇ ਦਿੱਤੇ ਹੈ। ਇਹ ਉਹਦੀ ਦਾਤ ਨਹੀਂ ਸਾਡੇ ਕੋਲ। ਕੀ ਹੈ? ਇਹ ਤਾਂ ਮੂਰਖ ਬਣਿਆ ਵੀ ਰੱਬ ਨੇ ਕੀ ਦਿੱਤਾ ਜੀ। ਪਹਿਲਾਂ ਤਾਂ ਸਵਾਸ ਹੀ ਦੇਖ ਲਓ ਜਿਹੜੇ ਦਿੱਤੇ ਨੇ। ਇੱਕ ਸਵਾਸ ਕਿਸੇ ਕੀਮਤ ਤੇ ਨਹੀਂ ਮਿਲਦਾ। ਤੋ ਇਸ ਕਰਕੇ ਤੂੰ ਸਾਰੇ ਜੀਵਾਂ ਦਾ ਦਾਤਾ ਹੈ। ਤੂੰ ਭੰਨਣ ਕੱਢਣ ਸਮਰੱਥ ਦਾਤਾਰ ਹੈ। ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਸਾਰੇ ਕੋਈ ਤੇਰੇ ਅੱਗੇ ਹੱਥ ਜੋੜਦੇ ਹੈ। ਤੂੰ ਭੰਨਣ ਕੱਢਣ ਸਮਰੱਥ ਹੈ, ਦਾਤਾਰ ਹੈ। ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਸਾਰੇ ਹੱਥ ਜੋੜ ਕੇ ਖੜੇ ਆ। ਦਾਤਾ ਦੇਹ ਦੇ ਆਖੈ ਸਭ ਕੋਈ। ਤੁਧ ਜੇਵੜ ਦਾਤਾਰ ਮੈਂ ਕੋਈ ਨਜ਼ਰ ਨਾ ਆਵੇ। ਤੁਧ ਸਭ ਸੇ ਨੂੰ ਦਾਨ ਦਿੱਤਾ। ਖੰਡੀ ਬਰਪੰਡੀ ਪਾਤਾਲੀ ਪੁਰੀ ਸਭ ਲੋਈ। ਸਾਰੇ ਲੋਕ ਜਿੱਥੇ ਜਿੱਥੇ ਰਹਿ ਰਹੇ ਨੇ ਤੂੰ ਸਭ ਨੂੰ ਇਹ ਦਾਨ ਦਿੱਤਾ। ਕੀੜੀ ਤੋਂ ਲੱਗੇ ਹੱਥ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ। ਮੇਰੇ ਮਨ ਦੇ ਵਿੱਚ ਬਸ ਜਾਓ ਮਹਾਰਾਜ। ਸੋ ਇਉਂ ਉਸਤਤ ਕਰਦੇ ਹਨ ਜੀ। ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ। ਹਰ ਧਿਆਵੋ ਸੰਤੋ ਜੀ, ਸਾਰੇ ਤੁਸੀਂ ਹਰੀ ਪਰਮੇਸ਼ਰ ਨੂੰ ਧਿਆਉਣਾ ਕਰੋ। ਤੇ ਇਕੱਠੇ ਹੋ ਕੇ ਸਾਰੇ ਮਿਲ ਕੇ, ਹੇ ਸੰਤ ਜਨੋ, ਅਧਿਕਾਰੀ ਜਨੋ, ਉਸ ਹਰ ਕੀਏ ਵਾਹਿਗੁਰੂ ਪ੍ਰਭੂ ਜੋ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ ਹੈ। ਸਭ ਸਾਰੇ ਦੁੱਖਾਂ ਦਾ ਉਹ ਵਿਸਾਰਨਹਾਰਾ ਕੀਏ, ਵਿਸਰਜਨ ਕਰਨ ਵਾਲਾ ਹੈ। ਵਿਦਾ ਕਰ ਦਿੰਦਾ ਦੁੱਖਾਂ ਨੂੰ, ਨਾਸ਼ ਕਰਨ ਵਾਲਾ ਹੈ। ਤੇ ਸੰਚਨਾ ਉਸ ਵਾਹਿਗੁਰੂ ਨੂੰ ਧਿਆਉਂਦੇ ਨੇ ਤੇ ਉਹਨਾਂ ਦੇ ਦੁੱਖਾਂ ਨੂੰ ਵਾਹਿਗੁਰੂ ਵਿਸਾਰਨਹਾਰਾ ਹੈ, ਭੁਲਾਉਣ ਵਾਲਾ ਹੈ, ਭਾਵ ਕੀ ਨਾਸ਼ ਕਰ ਦਿੰਦਾ ਹੈ। ਸਭ ਦੁੱਖਨ ਕੋ ਹੰਤਾ, ਸਭ ਸੁਖਨ ਕੋ ਦਾਤਾ। ਹਰ ਪ੍ਰੀਤਮ ਗੁਣ ਗਾਓ। ਐਸੇ ਵਾਹਿਗੁਰੂ ਦੇ ਗੁਣ ਗਾਓ, ਇਹ ਹੁਕਮ ਹੈ। ਇਹਦੀ 99ਵੀਂ ਰੀਤ ਵੀ ਲੱਗਦੀ ਹੈ ਇਹਦੇ ਵਿੱਚ ਕਿ ਪਰਮੇਸ਼ਰ ਨੂੰ, ਇਹ ਹੁਣ ਧਿਆਨ ਰੱਖਣਾ, ਅਰਥ ਦਾ ਥੋੜਾ ਜਿਹਾ ਬਦਲਾਅ ਹੈ। ਪਰਮੇਸ਼ਰ ਨੂੰ ਵਿਸਾਰਨਹਾਰਾ, ਅੱਖਰ ਇੰਨੇ ਲੈਣੇ, ਵਿਸਾਰਨਹਾਰਾ ਜਿਹੜਾ ਰੱਬ ਨੂੰ ਭੁਲਾਉਣ ਵਾਲਾ ਹੈ। ਸਭ ਦੁੱਖ ਉਹਨੂੰ ਸਾਰੇ ਦੁੱਖ ਚਿੰਬੜਦੇ ਨੇ ਆ ਕੇ, ਉਹ ਦੁਖੀ ਹੋਏਗਾ। ਤੇ ਇਸ ਕਰਕੇ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਨ ਵਾਲਾ, ਧਿਆਉਣ ਵਾਲਾ ਹੈ, ਉਹਨਾਂ ਨੂੰ ਸਭ ਦੁੱਖ ਵਿਸਾਰਨਹਾਰਾ, ਉਹਨਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਸਤਿਗੁਰੂ ਜੀ ਫਰਮਾਨ ਕਰਦੇ, ਉਹ ਹਰ ਪ੍ਰਭੂ ਆਪ ਹੀ ਸਾਰਿਆਂ ਦਾ ਠਾਕਰ ਕੀ ਸੁਆਮੀ ਮਾਲਕ ਹੈ, ਆਪ ਹੀ ਸੇਵਕ ਹੈ। ਕਿਉਂਕਿ ਚੇਤਨ ਸੱਤਾ ਸੇਵਕ ਦੇ ਵਿੱਚ ਵੀ ਹੈ ਤੇ ਉਧਰ ਆਪ ਪ੍ਰਬੁੱਧ ਚੇਤਨ ਹੋਰ ਕਰਕੇ ਰਿਹਾ, ਉੱਥੇ ਪ੍ਰਬੁੱਧ ਚੇਤਨ ਹੋਰ ਕਰਕੇ ਰਿਹਾ। ਫਰਕ ਨਹੀਂ ਹੈ, ਅੱਖਰਾਂ ਦਾ ਹੀ ਫਰਕ ਹੈ, ਚੇਤਨ ਹੋਈ ਹੈ। ਇਹ ਵਿਚਾਰਾ ਜੰਤ ਜੀਵ ਕਿਆ ਕੀ ਹੈ, ਭਾਵ ਤੁਛ ਵਿਚਾਰ ਨਾ ਕਰੋ ਕਿ ਜੰਤ ਜੀਵ ਕਿਆ ਕੀ ਹੈ ਜੋ ਉਸ ਦਾ ਜਸ ਕਹਿ ਸਕੇ। ਹਰ ਆਪੇ ਠਾਕਰ ਸੇਵਕ ਭਗਤ ਹਰ ਆਪੇ ਕਰੇ ਕਰਾਏ। ਆਪੇ ਠਾਕਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ। ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਇਹ ਜੰਤ ਹੈ ਕੀ? ਸਭ ਕੁਛ ਪਰਮੇਸ਼ਰ ਵਾਹਿਗੁਰੂ ਤੂੰ ਹੀ ਹੈ। ਤੋ ਘਟ ਘਟ ਅੰਤਰ ਸਰਬੰਧ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਹੇ ਹਰੀ ਪਰਮੇਸ਼ਰ ਵਾਹਿਗੁਰੂ ਜੀ, ਸਰਬ ਸਾਰੇ ਘਟਾਂ ਘਟਾਂ ਸਰੀਰਾਂ ਦੇ ਅੰਦਰ ਨਿਰੰਤਰ ਅੰਤਰੇ ਤੋਂ ਰਹਿਤ ਇੱਕ ਰਸ ਹੋ ਕੇ ਪੁਰਖ ਵਿਆਪਕ ਹੋ ਕੇ ਸਮਾਣਾ ਸਮਾਇਆ ਹੋਇਆ ਹੈ। ਘਟ ਚਾਰ ਖਾਣੀਆਂ
ਘਟ ਹਿਰਦਿਆਂ ਦੇ ਅੰਦਰ, ਖਾਣੀਆਂ 'ਚ ਵੀ ਹਿਰਦਿਆਂ ਦੇ ਅੰਦਰ ਤੂੰ ਸਮਾਇਆ ਹੋਇਆ ਹੈ। ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਘਟ ਘਟ ਵਾਸੀ ਸਰਬ ਨਿਵਾਸੀ, ਨੇਰਾ ਹੀ ਤੇ ਨੇਰਾ ਸਾਰੀ ਜਗ੍ਹਾ ਹੈ ਤੂੰ ਜੀ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਫਿਰ ਤੇਰੇ ਬਿਡਾਣਾ ਅਚਰਜੀ ਚੋਜ ਨਾ ਇਹ। ਤੇ ਇੱਕ ਇਹਨਾਂ ਨੂੰ ਪਿਛਲੇ ਪੁੰਨਾਂ ਦਾ ਸਦਕਾ ਦਾਤੇ ਬਣਾਇਆ ਹੋਇਆ, ਉਹ ਦਾਨ ਦੇ ਰਹੇ। ਲੋਕੀ ਕਹਿੰਦੇ ਬੜਾ ਦਾਨੀ ਹੈ। ਇੱਕ ਇਹਨਾਂ ਨੂੰ ਪਿਛੇ ਪਾਪਾਂ ਦਾ ਕਰਮ ਕਰਕੇ ਭਿਖਾਰੀ, ਉਹਨਾਂ ਦੇ ਹੱਥ 'ਚ ਠੂਠਾ ਫੜਾਇਆ ਹੋਇਆ, ਮੰਗਦੇ ਫਿਰਦੇ। ਇਹ ਸਭ ਤੇਰੀ ਬਿਡਾਣਾ ਅਚਰਜ ਚੋਜ ਕਹੀਏ, ਕੌਤਕ ਨ ਤੇਰੇ ਇਹ ਤਾਂ ਖੇਡਾਂ ਨੇ ਤੇਰੀਆਂ। ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਏ। ਇਹ ਸਭ ਆਪ ਹੀ ਹੈ। ਬਿਡਾਣਾ ਅਚਰਜ ਪ੍ਰਭੂ, ਇਹ ਸਭ ਤੇਰੇ ਕੌਤਕ ਨ। ਕੇਵਲ ਇੱਕ ਦਾਤੇ, ਕੌਣ? ਸਤਿਗੁਰੂ ਜੀ। ਉਹ ਦਾਤੇ ਨੇ ਨਾਮ ਦੇ, ਅਦਵੈਤ ਸਰੂਪ ਦੀ ਪ੍ਰਾਪਤੀ, ਉਹਦੇ ਲਈ ਬ੍ਰਹਮ ਗਿਆਨ ਦਾ ਦਾਨ ਦਿੰਦੇ ਨੇ, ਇਸ ਕਰਕੇ ਸਤਿਗੁਰੂ ਦਾਤੇ ਨੇ। ਇੱਕ ਭਿਖਾਰੀ, ਅਦਵੈਤ ਸਰੂਪ ਦੀ ਪ੍ਰਾਪਤੀ ਦੇ ਭਿਖਾਰੀ। ਭੁੱਖੇ ਕੌਣ? ਲੋੜਵੰਦ ਸਿੱਖ। ਉਹ ਜਾਚਨਾ ਕਰਦੇ ਨੇ, ਮਹਾਰਾਜ ਕਿਰਪਾ ਕਰੋ, ਬ੍ਰਹਮ ਗਿਆਨ ਦਾ ਦਾਨ ਦਿਓ। ਤੇ ਇੱਕ ਈਸ਼ਵਰ ਹੀ ਅੰਤਰਜਾਮੀ ਹੈ, ਜੋ ਸਾਰਿਆਂ ਜੀਵਾਂ ਦਾ ਦਾਤਾ ਹੈ। ਸਭਨਾ ਜੀਵਾਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਅਨੇਕਾਂ ਜੀਵਾਂ ਨੂੰ ਉਹਨਾਂ ਦੀ ਵਾਸ਼ਨਾ ਅਨੁਸਾਰ ਦਾਤਾਂ ਦੇਣ ਵਾਲਾ ਹੈ। ਇੱਕ ਜੋ ਜੀਵ ਹਨ, ਇਹ ਭਿਖਾਰੀ ਜਾਚਕ ਬਣਦੇ ਨੇ। ਇਹ ਸਭ ਤੇਰੇ ਚੋਜ ਬਣਾਣਾ ਕੀ ਇਹ ਕੌਤਕ ਅਚਰਜਨ ਤੇਰੇ। ਜਿੰਨੇ ਜੀਵਨ ਸਾਰੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਾ ਸੰਸਾਰ ਭਿਖਾਰੀਆਂ ਦਾ ਹੈ। ਤੇ ਇਸ ਕਰਕੇ हे ਪਰਮੇਸ਼ਰ ਜੀ, ਤੇਰੇ ਇਹ ਚੋਜ ਹਨ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨ ਜਾਣਾ। हे ਪ੍ਰਭੂ ਜੀ, ਤੂੰ ਆਪੇ ਈਸ਼ਵਰ ਰੂਪ ਹੋ ਕੇ ਦਾਤਾਂ ਦੇਣ ਵਾਲਾ ਹੈ। ਆਪ ਹੀ ਜੀਵ ਹੋ ਕੇ ਪਦਾਰਥਾਂ ਨੂੰ ਭੋਗਣ ਵਾਲਾ ਹੈ। ਆਪ ਹੀ ਗੁਰੂ ਰੂਪ ਹੋ ਕੇ ਬ੍ਰਹਮ ਗਿਆਨ ਦਾ ਦਾਤਾਂ ਦੇਣ ਵਾਲਾ ਹੈ। ਆਪ ਹੀ ਬ੍ਰਹਮ ਗਿਆਨੀ ਹੋ ਕੇ ਬ੍ਰਹਮਾਨੰਦ ਨੂੰ ਭੋਗਣ ਵਾਲਾ ਹੈ, ਮਾਨਣ ਵਾਲਾ ਹੈ। ਹਉ ਮੈਂ ਤੁਧ ਤੇਰੇ ਤੋਂ ਬਿਨ ਬਗੈਰ ਅਵਰ ਹੋਰ ਕਿਸੇ ਨੂੰ ਨਹੀਂ ਜਾਣਦਾ ਵੇਖਦਾ। ਤੁਧ ਬਿਨ ਅਵਰ ਨਾ ਜਾਣਾ ਮੇਰੇ ਸਹਿਬਾ, ਗੁਣ ਗਾਵਾਂ ਨੇ ਤੇਰੇ। ਮੈਂ ਕਿਸੇ ਦੇਵੀ ਦੇਵਤੇ ਨੂੰ ਜਾਣਦਾ ਤੇ ਤੋਂ ਬਿਨਾ, ਇੱਕ ਕੇਵਲ ਤੈਨੂੰ ਜਾਣਦਾ ਹਾਂ। ਤੂੰ ਪੌਰ ਬ੍ਰਹਮ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਇਹ 20 ਸਾਲ ਅਹੰਕਾਰ ਹੈ ਜਿਹੜਾ ਪਿੱਛੇ ਦੱਸਿਆ ਸੀ। हे ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਾਰ ਕੀਏ ਪਰੇ, ਬ੍ਰਹਮ ਵਿਆਪਕ ਸਰੂਪ, ਤਿੰਨਾਂ ਕਾਲਾਂ ਦੇ ਚ ਬੇਅੰਤ ਤੋਂ ਬੇਅੰਤ ਹੈ ਤੂੰ, ਬੇਅੰਤ ਹੈ। हे ਪਾਰ ਬ੍ਰਹਮ, ਤੂੰ ਸਰਗੁਣ ਸਰੂਪ, ਉਹਦੇ ਵਿੱਚ ਵੀ ਬੇਅੰਤ ਹੈ। ਨਿਰਗੁਣ ਸਰੂਪ ਵਿੱਚ ਵੀ ਬੇਅੰਤ ਹੈ। ਤੂੰ ਮਨ ਬਾਣੀ ਕਰਮ ਕਰਕੇ ਬੇਅੰਤ ਹੀ ਬੇਅੰਤ ਹੈ। ਮੈਂ ਤੇਰੇ ਗੁਣਾਂ ਨੂੰ ਕਿਹਾ ਕੀ ਆਖ ਕੇ ਬਖਿਆਨ ਕਰਾਂ। ਤੇਰੇ ਕਿਹਾ ਕਿਹੜੇ ਕਿਹੜੇ ਗੁਣ ਆਖ ਮੁਖ ਦੁਆਰਾ ਕਹਾਂ। ਬਖਾਣਾ ਨਾਮ ਕਥਨ ਕਰਨ ਦਾ। ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਕਿੰਨੇ ਕੁ ਗਾਵਾਂ? ਜਿਹਵਾ ਏਕ ਕਵਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੂ ਲਹੀਐ। ਤੇਰਾ ਅੰਤ ਕਿਨਹੀ ਕਿਸੇ ਨੇ ਵੀ ਨਹੀਂ ਲਿਆ ਹੋਇਆ। हे ਬੇਅੰਤ ਗੁਣਾ ਵਾਲੇ ਪਾਰ ਬ੍ਰਹਮ ਜੀ, ਤੇਰੇ ਵਿੱਚ ਬੇਅੰਤ ਬੇਦਵੈਤ ਦਾ ਅੰਤ ਹੈ, ਤੇਰੇ 'ਚ ਹੈ ਨਹੀਂ ਦਵੈਤ। ਤੇਰੇ ਗੁਣ ਕੀ ਵਰਣਨ ਕਰਾਂ ਜੀ। ਜੋ ਸੇਵ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਅੱਗੇ ਕਥਨ ਕੀਤਾ ਹੈ 20 ਸਾਲਾਂ ਕਾਰਨ ਅਨੁਸਾਰ। हे ਪ੍ਰਭੂ ਜੀ, ਜੋ ਜਿਹੜੇ ਤੇਰੇ ਵਿੱਚ ਤੈਨੂੰ ਸੇਵਨ ਕਰਦੇ ਨੇ, ਤੇਰਾ ਚਿੰਤਨ ਕਰਦੇ ਨੇ, ਤੁਧ ਤੈਨੂੰ ਸੇਵਦੇ ਨੇ, ਉਹ ਤੈਨੂੰ ਸੇਵਦੇ। ਜੋ ਤੈਨੂੰ ਨਿਰਗੁਣ ਸਰੂਪ ਕਰਕੇ ਸੇਵਦੇ ਨੇ, ਅਤੇ ਜੋ ਸਰਗੁਣ ਸਰੂਪ ਕਰਕੇ ਤੈਨੂੰ ਸੇਵਦੇ ਨੇ। ਸਤਿਗੁਰੂ ਫਰਮਾਨ ਕਰਦੇ ਨੇ ਕਿ ਅਸੀਂ ਜਨ ਤੈਨੂੰ ਉਹਨਾਂ ਤੋਂ, ਚਾਹੇ ਉਹ ਨਿਰਗੁਣ ਕਰਕੇ ਚਾਹੇ ਸਰਗੁਣ ਕਰਕੇ ਸੇਵਦੇ ਨੇ, ਬਲਿਹਾਰ ਜਾਂਦੇ ਆ। ਜੋ ਤੁਧ ਸੇਵ ਹੈ ਸੋ ਤੂੰ ਹੈ ਹੋਵੇ, ਤੁਧ ਸੇਵਕ ਪੈਜ ਰਖਾਈ। हे ਪ੍ਰਭੂ ਜੀ, ਜੋ ਤੇਰੀ ਸਰੀਰ ਕਰਕੇ ਸੇਵਾ ਕਰਦੇ ਨੇ, ਮਨ ਕਰਕੇ ਸਿਮਰਨ ਕਰਦੇ ਨੇ, ਧਨ ਕਰਕੇ ਵੀ ਸੇਵਾ ਕਰਦੇ ਨੇ, ਦਾਨ ਕਰਦੇ ਨੇ, ਸਤਿਗੁਰੂ ਫਰਮਾਉਂਦੇ ਨੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।
ਜੋ ਤੇਰੀ ਭੂਤ ਕਾਲ 'ਚ ਵੀ ਸੇਵਾ ਕਰਦੇ ਹੈ, ਵਰਤਮਾਨ ਕਾਲ ਦੇ ਵਿੱਚ ਵੀ ਸੇਵਾ ਕਰਦੇ ਨੇ, ਭਵਿੱਖ ਦੇ ਵਿੱਚ ਵੀ ਸੇਵਕ ਸੇਵਾ ਕਰਨਗੇ। ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਹੜਾ ਸੇਵਾ ਸਿਮਰਨ ਕਰਨ ਵਾਲੇ ਨੇ। ਇਹੋ ਜਿਹੀਆਂ ਸਤਿਗੁਰਾਂ ਦੀ ਸਿੱਖਿਆ ਅਮਲ ਵਿੱਚ ਲਿਆਉਣ ਵਾਲੀਆਂ ਨਾ। ਅੱਗੇ ਫਰਮਾਨ ਕਰਦੇ ਨੇ ਜੇ ਹਰ ਧਿਆਵਹਿ ਤੁਧ ਜੀ ਸੇ ਜਨ ਜੁਗਵਹਿ ਸੁਖ ਵਾਸੀ। ਬੀਬਸਾ ਅਲੰਕਾਰ। ਹੇ ਹਰੀ ਪਰਮੇਸ਼ਰ ਵਾਹਿਗੁਰੂ, ਤੇ ਸਭ ਹਰ ਸਭ ਨੂੰ, ਹਰੀ ਪਰਮੇਸ਼ਰ ਵਾਹਿਗੁਰੂ ਸਭ ਨੂੰ ਹਰੇ ਭਰੇ ਕਰਨ ਵਾਲਾ। ਹਰ ਕੌਣ ਹੈ? ਸਭ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਜੀ। ਜੋ ਤੁਧ ਤੁਹਾਨੂੰ ਧਿਆਵਿਆ ਧਿਆਉਂਦੇ ਨੇ, ਸੇ ਹਰ ਪਰਮੇਸ਼ਰ ਦਾ ਨਾਮ ਹੈ। ਜੋ ਤੁਧ ਤੁਹਾਨੂੰ ਧਿਆਵਿਆ ਧਿਆਉਂਦੇ ਨੇ, ਧਿਆਉਣ ਯੋਗ ਹਰ ਹਰੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਜੋ ਧਿਆਨ ਦੁਆਰਾ ਆਪ ਜੀ ਨੂੰ ਧਿਆਉਂਦੇ ਨੇ, ਸੇ ਉਹ ਜਨ ਭਗਤ ਕਲਯੁਗ ਮਹਿ ਵਿੱਚ ਤੇ ਸੁੱਖਾਂ ਦੇ ਨਾਲ ਵਾਸੀ ਬਸਦੇ ਹੈ ਤੇ ਨਾਮ ਦੇ ਵਿੱਚ ਸੁੱਖ ਨਸਾਰੇ। ਹੇ ਹਰਿ ਜੀ, ਜੋ ਤੁਧ ਤੈਨੂੰ ਪਿੱਛੇ ਭੂਤ ਕਾਲ ਦੇ ਵਿੱਚ ਵੀ ਧਿਆਉਂਦੇ ਸੀ, ਹੁਣ ਵਰਤਮਾਨ ਦੇ ਵਿੱਚ ਵੀ ਧਿਆਉਂਦੇ ਨੇ, ਅੱਗੇ ਨੂੰ ਧਿਆਉਣਗੇ, ਭਵਿੱਖ ਵੀ ਤੈਨੂੰ ਧਿਆਉਣਗੇ। ਉਹ ਭਗਤ ਜਨ ਚਾਰੇ ਯੁੱਗਾਂ 'ਚ ਸੁਖੀ ਬਸਣਗੇ, ਸੁਖਵਾਸੀ ਸੁੱਖਾਂ 'ਚ ਬਸਣਗੇ। ਹੇ ਹਰੀ ਪਰਮੇਸ਼ਰ ਵਾਹਿਗੁਰੂ ਜੀ, ਜੋ ਆਪ ਜੀ ਨੂੰ ਮਨ ਬਾਣੀ ਸਰੀਰ ਕਰਕੇ ਧਿਆਉਂਦੇ ਆ ਜਾਂ ਧਿਆਉਣਗੇ ਜੀ, ਉਹ ਭਗਤ ਜਨ ਆਪ ਵੀ ਧਿਆਉਂਦੇ ਤੇ ਹੋਰ ਭਗਤ ਜਨ ਚਾਰੇ ਯੁੱਗਾਂ ਵਿੱਚ ਤੇ ਸੁਖ ਪੂਰਕ ਉਹ ਬਸਣਗੇ ਜੀ। ਜੈਸੇ ਕਿ ਗੁਣ ਨਿਦਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੇ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੇ। ਸੇਈ ਸੁਖੀਏ ਚੌ ਜੁਗੀ, ਜਿਨ੍ਹਾਂ ਨਾਮ ਅਖੁੱਟ ਅਪਾਰ। ਉਹ ਚਾਰੇ ਯੁੱਗਾਂ ਦੇ ਸੁਖੀ ਨੇ ਭਾਈ ਜਿਹੜੇ ਨਾਮ ਜਪਦੇ ਹਨ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਬੀਬਸਾ ਅਲੰਕਾਰ ਹੈ। ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਧਿਆਇਆ, ਧਿਆਉਣਾ ਕੀਤਾ, ਸੇ ਉਹ ਅਧਿਕਾਰੀ ਜਨ ਮੁਕਤ ਭਏ ਹੋ ਗਏ। ਉਹ ਅਧਿਕਾਰੀ ਮੁਕਤ ਹੋ ਗਏ, ਨਿਸ਼ਚੇ ਨਾਲ ਦੁਬਾਰੇ ਦ੍ਰਿੜ ਕਰਾਇਆ। ਉਹਨਾਂ ਦੇ ਗਲੇ 'ਚੋਂ ਜਮਾਂ ਦੀ ਫਾਹੀ ਟੁੱਟ ਗਈ। ਜਿਨ੍ਹਾਂ ਨੇ ਹਰ ਪ੍ਰਭੂ ਨੂੰ ਹੁਣ ਧਿਆਇਆ ਉਹ ਵੀ ਮੁਕਤ ਹੋਣਗੇ, ਜੋ ਅੱਗੇ ਭਵਿੱਖ ਵਿੱਚ ਧਿਆਉਣਗੇ ਉਹਨਾਂ ਦੇ ਗਲੋਂ ਵੀ ਫਾਸੀ ਟੁੱਟ ਜਾਏਗੀ ਜਮਾਂ ਦੀ। ਜਿਨ੍ਹਾਂ ਨੇ ਮੁਕਤ ਰੂਪ ਹਰੀ ਪਰਮੇਸ਼ਰ ਨੂੰ ਧਿਆਉਣਾ ਕੀਤਾ, ਸੇ ਉਹ ਲੋਕ, ਸੇ ਤਿੰਨੇ ਲੋਕਾਂ ਵਿੱਚ ਮੁਕਤ ਹੋ ਗਏ, ਉਹਨਾਂ ਦੇ ਗਲੋਂ ਜਮਾਂ ਦੀ ਫਾਹੀ ਟੁੱਟ ਗਈ। ਸੇ ਉਹ ਜਿਨ੍ਹਾਂ ਨੇ ਮੋਹ, ਜਿਹੜਾ ਮੰਮੇ ਨੂੰ ਔਂਕੜ ਮੋਹ, ਕਤ ਮੁਕਤ ਦੇ ਅਰਥ ਮੰਮੇ ਨੂੰ ਔਂਕੜ ਮੋਹ, ਅੱਗੇ ਕਤ ਸ਼ਬਦ, ਮੋਹ ਨੂੰ ਕਤ ਕੱਟਣ ਕਰਕੇ ਹੇ ਹਰੀ ਧਿਆਤਾ ਧਿਆਨ ਤੇ ਤ੍ਰਿਗਟੀ ਨੂੰ ਮੇਟ ਕੇ ਤੈਨੂੰ ਧਿਆਉਣਾ ਕਰਦੇ ਹੈ। ਜੈਸਾ ਕਿ ਧਿਆਨ ਰੂਪ ਹੋਏ ਆਸਣ ਪਾਵੈ, ਸੇ ਉਹ ਮੁਕਤ ਹੋ ਗਏ, ਉਹਨਾਂ ਦੇ ਜੰਮਣ ਮਰਨ ਦੀ ਫਾਹੀ ਟੁੱਟ ਗਈ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ। ਮੁਕਤੇ ਸੇਈ ਭਾਲੀਆ ਜੇ ਸੱਚਾ ਨਾਮ ਸੰਭਾਲ, ਪ੍ਰਭ ਕਾਟਿਆ ਜਮ ਕਾ ਫਾਹਾ, ਕੱਟੀ ਗਲੋਂ ਸਿਲਕ ਜਮ ਫਾਸੀ। ਇਹ ਪਦਵੀ ਮਿਲਦੀ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਇਹ ਵੀ ਵਿਪਸਾ ਅਲੰਕਾਰ ਅਨੁਸਾਰ ਹੈ ਪੰਕਤੀ। ਹੇ ਪਿਆਰੇ ਵਾਹਿਗੁਰੂ ਜੀ, ਜਿਨ੍ਹਾਂ ਨੇ ਨਿਰਭਉ, ਹੇ ਪਿਆਰੇ ਜੀ, ਹੇ ਗੁਰਸਿੱਖੋ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਿਰਭਉ ਭੈ ਰਹਿਤ ਹਰ ਪ੍ਰਭੂ ਨੂੰ ਧਿਆਇਆ ਹੈ, ਜਿਨ੍ਹਾਂ ਨੇ ਨਿਰਭਉ ਭੈ ਰਹਿਤ ਹਰ ਪ੍ਰਭੂ ਨੂੰ ਧਿਆਇਆ ਹੈ, ਤੇ ਉਸ ਪ੍ਰਭੂ ਨੇ ਤਿੰਨ ਕਾ ਉਹਨਾਂ ਦਾ ਭਾਉ ਡਰ ਸਾਰੇ ਹੀ ਗਵਾਸੀ ਗਵਾ ਦਿੱਤਾ ਹੈ, ਨਾਸ ਕਰ ਦਿੱਤਾ ਹੈ। ਜਿਨ੍ਹਾਂ ਨੇ ਪਿੱਛੇ ਭੂਤ ਕਾਲ ਵਿੱਚ ਨਿਰਭਉ ਹਰੀ ਵਾਹਿਗੁਰੂ ਨੂੰ ਧਿਆਇਆ ਸੀ, ਜਿਨ੍ਹਾਂ ਨੇ ਹੁਣ ਵਰਤਮਾਨ ਦੇ ਵਿੱਚ ਉਸ ਨਿਰਭਉ ਹਰੀ ਨੂੰ ਧਿਆਇਆ ਹੈ, ਤੇ ਜਿਹੜੇ ਅੱਗੇ ਭਵਿੱਖ ਕਾਲ ਵਿੱਚ ਉਸ ਨੂੰ ਧਿਆਉਣਗੇ, ਉਹ ਹਰੀ ਪਰਮੇਸ਼ਰ ਨੂੰ, ਉਹਨਾਂ ਦਾ ਜਨਮ ਮਰਨ ਦਾ ਸਾਰਾ ਭਾਉ ਡਰ ਗਵਾ ਦਿੱਤਾ ਹੈ। ਮਨ ਬਾਣੀ ਸਰੀਰ ਕਰਕੇ ਜਿਨ੍ਹਾਂ ਨੇ ਨਿਰਭਉ ਹਰੀ ਨੂੰ ਧਿਆਉਣਾ ਕੀਤਾ, ਉਹਨਾਂ ਨੇ ਉਸ ਦੇ ਉਹ ਜਿਹੜਾ ਉਹਨਾਂ ਦਾ ਜਨਮ ਮਰਨ ਦਾ ਸਾਰਾ ਭਾਉ ਡਰ ਗਵਾ ਦਿੱਤਾ ਹੈ ਵਾਹਿਗੁਰੂ ਨੇ। ਜਿਨ੍ਹਾਂ ਨਿਰਭਉ ਹੋਣ ਵਾਸਤੇ ਨਿਰਭਉ ਭੈ ਰਹਿਤ ਹਰ ਵਾਹਿਗੁਰੂ ਨੂੰ ਧਿਆਉਣਾ ਕੀਤਾ, ਉਹਨਾਂ ਦਾ ਅਗਿਆਨ ਕਰਕੇ ਪ੍ਰਤੀਤ ਹੋਣ ਵਾਲਾ ਜਨਮ ਮਰਨ ਦਾ ਸਾਰਾ ਭਾਉ ਡਰ ਜਿਹੜਾ ਹੈ, ਜਮਾਂ ਦਾ ਡਰ ਹੈ, ਸਾਰਾ ਖਤਮ ਕਰ ਦਿੱਤਾ ਹੈ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੇ। ਇਹ ਵੀ ਵਿਵਸਾ ਅਲੰਕਾਰ ਹੈ। ਜਿਨ੍ਹਾਂ ਨੇ ਮੇਰੇ ਹਰ ਜੀ ਪ੍ਰਭੂ ਨੂੰ ਸੇਵਿਆ, ਸੇਵਨਾ ਕੀਤਾ,
ਜਿਨ੍ਹਾਂ ਨੇ ਮੇਰੇ ਹਰੀ ਵਾਹਿਗੁਰੂ ਨੂੰ ਸੇਵਨਾ ਕੀਤਾ ਤੇ ਉਹ ਹਰ ਹਰ ਦੇ ਰੂਪ 'ਚ ਸਮਾਸੀ ਨਾਮ ਸਮਾਉਣ ਦਾ, ਅਭੇਦ ਹੋਣ ਦਾ, ਉਹਦੇ ਵਿੱਚ ਮਿਲ ਗਏ ਨ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕੁਛ ਨਾ ਹੈ, ਜਲ ਤੇ ਉਚ ਤਰੰਗ ਜੋ ਜਲੀ ਵਿਖੇ ਸਮਾਏ। ਜਿਨ੍ਹਾਂ ਨੇ ਭੂਤ ਕਾਲ ਦੇ ਵਿੱਚ ਹਰ ਜੀ ਨੂੰ ਸੇਵਿਆ ਸੀ, ਵਰਤਮਾਨ ਕਾਲ ਦੇ ਵਿੱਚ ਵੀ ਹਰ ਜੀ ਨੂੰ ਸੇਵਿਆ, ਭਵਿੱਖ ਕਾਲ ਦੇ ਵਿੱਚ ਹਰ ਜੀ ਨੂੰ ਸੇਵਣਗੇ ਤੇ ਕਹੀਏ ਉਹ ਹਰ ਪ੍ਰੂਪ ਹੋ ਕੇ ਸਮਾ ਜਾਣਗੇ ਉਹਦੇ ਵਿੱਚ। ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਹਰੀ ਪਰਮੇਸ਼ਰ ਨੂੰ ਸੇਵਿਆ ਹੈ ਉਹ ਹਰ ਦੇ ਰੂਪ ਵਿੱਚ ਸਮਾਉਣਗੇ। ਜਿਨ੍ਹਾਂ ਨੇ ਸੇਵਨ ਯੋਗ ਮੇਰੇ ਹਰ ਜੀ ਨੂੰ ਸੇਵਨਾ ਕੀਤਾ ਉਹ ਹਰ ਦੇ ਰੂਪ ਵਿੱਚ ਸਮਾਉਣਗੇ। ਜਿਨ੍ਹਾਂ ਨੇ ਮੇਰੇ ਹਰੀ ਪਰਮੇਸ਼ਰ ਨਿਰਗੁਣ ਦਾ ਸਰੂਪ ਸੇਵਨ ਕੀਤਾ, ਜਿਨ੍ਹਾਂ ਨੇ ਮੇਰੇ ਹਰੀ ਪਰਮੇਸ਼ਰ ਸਰਗੁਣ ਦਾ ਸਰੂਪ ਸੇਵਨ ਕੀਤਾ ਤੇ ਉਹ ਹਰੀ ਜੋ ਸਭ ਦੇ ਹਰੇ ਭਰੇ ਕਰਨ ਵਾਲਾ ਹੈ, ਸਾਰੇ ਉਹਦੇ ਸਰੂਪ ਦੇ ਵਿੱਚ ਸਮਾਸੀ ਕਹੀਏ ਸਮਾ ਜਾਣਗੇ ਜੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਵੱਲ ਜਾਸੀ। ਇਹ ਵੀ ਵੀਪਸਾ ਅਲੰਕਾਰ ਹੈ। ਸੇ ਉਹ ਪੁਰਖ ਧਨ ਧਨਤਾ ਯੋਗ ਨ, ਸੇ ਉਹ ਪੁਰਖ ਧਨ ਧਨਤਾ ਯੋਗ ਹਨ। ਦੋ ਵਾਰੀ ਉਹੀ ਗੱਲ ਕਹੀ ਹੈ। ਜਿਨ੍ਹਾਂ ਨੇ ਹਰ ਪ੍ਰਭੂ ਨੂੰ ਧਿਆਉਣਾ ਕੀਤਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਮੈਂ ਜਨ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਬਲ ਜਾਸੀ ਬਲਿਹਾਰ ਜਾਂਦਾ। ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ, ਜੋ ਤੁਧ ਸੱਚ ਧਿਆਏ ਦੇ ਸੇ ਬਿਰਲੇ ਥੋੜੇ ਹੈ ਬਿਰਲੇ ਹੋ, ਕੋਟਨ ਮੇ ਨਾਨਕ ਕੋ ਨਾਰਾਇਣ ਜਚੀ। ਨਿਸ਼ਚੈ ਕਰਕੇ ਉਹ ਪੁਰਖ ਧਨ ਹਨ, ਉਹ ਪੁਰਖ ਧਨ ਹਨ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ, ਉਹਨਾਂ ਨੂੰ ਧਨ ਕਿਹਾ। ਸਤਿਗੁਰੂ ਜੀ ਫਰਮਾਉਂਦੇ ਨੇ, ਮੈਂ ਜਨ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਉਹ ਪੁਰਸ਼ ਪਿੱਛੇ ਭੂਤ ਕਾਲ ਦੇ ਵਿੱਚ ਵੀ ਧਨ ਸੀ, ਹੁਣ ਵਰਤਮਾਨ 'ਚ ਵੀ ਧਨ, ਆਉਣ ਵਾਲੇ ਭਵਿੱਖ ਸਮੇਂ 'ਚ ਵੀ ਉਹਨਾਂ ਨੂੰ ਧਨ ਹੀ ਕਿਹਾ ਜਾਏਗਾ। ਕਬੀਰ ਵਰਗੇ, ਰਵਿਦਾਸ ਵਰਗੇ ਸਾਰੇ ਧਨਤਾ ਦੇ ਯੋਗ, ਨਾਮਦੇਵ ਵਰਗੇ। ਸਤਿਗੁਰੂ ਜੀ ਫਰਮਾਨ ਕਰਦੇ, ਮੈਂ ਜਨ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਹਰੀ ਨੂੰ ਧਿਆਉਣਾ ਕੀਤਾ। ਸੇ ਉਹ ਪੁਰਖ ਮਨ ਬਾਣੀ ਸਰੀਰ ਕਰਕੇ ਧਨਤਾ ਯੋਗ। ਸੇ ਉਹ ਪੁਰਖ ਤਿੰਨਾਂ ਲੋਕਾਂ ਵਿੱਚ ਧਨ ਕਹੀਏ ਧਨਤਾ ਯੋਗ ਨ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਮੈਂ ਜਨ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਕਿਤੇ ਧਨੀਆਂ ਨੂੰ ਨਹੀਂ ਕਿਹਾ ਵੀ ਧਨਨ, ਰਾਜਾ ਮਹਾਰਾਜਾ ਨੂੰ ਨਹੀਂ ਕਿਹਾ, ਬੜੇ ਜਿਹੜੇ ਪੰਡਤ ਕਥਾਕਾਰ ਵੇਦਾਂ ਦੇ ਵਕਤ ਉਹਨਾਂ ਨੂੰ ਨਹੀਂ ਕਿਹਾ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਤੇਰੀ ਭਗਤ, ਇਸ ਕਰਕੇ ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਹੇ ਵਾਹਿਗੁਰੂ, ਇਹ ਵੀ ਵੀਪਸਾ ਅਲੰਕਾਰ, ਤੇਰੀ ਭਗਤੀ ਦੇ ਬੇਅੰਤ ਅੰਤ ਤੋਂ ਰਹਿਤ ਭੰਡਾਰੇ ਭਰੇ ਪਏ ਨੇ। ਤੇਰੀ ਭਗਤੀ ਦੇ ਬੇਅੰਤ ਅਣਗਿਣਤ ਭੰਡਾਰੇ ਭਰੇ ਹੋਏ ਨੇ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ। ਹੇ ਪ੍ਰਭੂ ਜੀ, ਤੇਰੇ ਨਿਰਗੁਣ ਸਰੂਪ ਦੀ ਭਗਤੀ ਦੇ ਭੰਡਾਰੇ, ਤੇਰੇ ਸਰਗੁਣ ਸਰੂਪ ਦੀ ਭਗਤੀ ਦੇ ਭੰਡਾਰੇ, ਉਹ ਬੇਅੰਤ ਤੋਂ ਬੇਅੰਤ ਭਰੇ ਹੋਏ ਹਨ। ਹੇ ਪ੍ਰਭੂ ਜੀ, ਪਿੱਛੇ ਭੂਤ ਕਾਲ ਵਿੱਚ ਵੀ ਤੇਰੀ ਭਗਤੀ ਦੇ ਬੇਅੰਤ ਭੰਡਾਰੇ ਭਰੇ ਹੋਏ ਸਨ। ਹੁਣ ਵਰਤਮਾਨ ਜੋ ਸਮਾਂ ਲੰਘ ਰਿਹਾ, ਇਹਦੇ ਵਿੱਚ ਤੇਰੀ ਭਗਤੀ ਦੇ ਭੰਡਾਰੇ ਬੇਅੰਤੀ ਭਰੇ ਹੋਏ ਹਨ। ਅੱਗੇ ਭਵਿੱਖਤ ਕਾਲ ਵਿੱਚ ਤੇਰੀ ਭਗਤੀ ਦੇ ਬੇਅੰਤ ਭੰਡਾਰੇ ਭਰੇ ਰਹਿਣਗੇ, ਮੁੱਕਣਗੇ ਨਹੀਂ। ਹੇ ਬੇਅੰਤ ਪ੍ਰਭੂ ਵਾਹਿਗੁਰੂ, ਤੇਰੀ ਪ੍ਰਾਪਤੀ ਕਰਾਉਣ ਵਾਲੇ ਜੋ ਤੇਰੀ ਭਗਤੀ ਹੈ, ਤਿਸ ਭਗਤੀ ਦੇ ਬੇਅੰਤ ਹੀ ਭੰਡਾਰਾ ਸੰਤਾਂ ਦੇ ਹਿਰਦੇ ਨ, ਜਾਂ ਵੇਦ ਸ਼ਾਸਤਰ ਨ, ਗੁਰਬਾਣੀ ਹੈ ਸੰਤਰੇ ਦਾ ਭੰਡਾਰ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ। ਇਹ ਭੰਡਾਰੇ ਤੇਰੇ ਭਰੇ ਪਏ ਨ। ਆਪਾਂ ਇਹ ਕੀ ਕਰ ਰਹੇ ਹਾਂ? ਇਹ ਭਗਤੀ ਦਾ ਭੰਡਾਰਾ ਵਰਤ ਰਿਹਾ ਹੈ। ਜਿਵੇਂ ਭੰਡਾਰਾ ਵਰਤਦਾ ਸਤਿਗੁਰੂ ਜੀ ਵਰਤਾ ਰਹੇ ਨੇ ਸ਼ਬਦ ਰੂਪ ਹੋ ਕਰਕੇ। ਇਹ ਭਗਤੀ ਹੈ ਕਥਾ, ਜੋ ਆਪਾਂ ਨੂੰ ਸਾਰਿਆਂ ਨੂੰ ਪਰਮੇਸ਼ਰ ਨੇ ਇਹ ਬਖਸ਼ਿਸ਼ ਕਰ ਦਿੱਤੀ ਹੈ, ਜਿੰਨੇ ਵੀ ਮਾਈ ਭਾਈ ਸੁਣਦੇ। ਹਾਂਜੀ, ਅੱਗੇ ਸੁਣੋ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਵੀਪਸਾ ਅਲੰਕਾਰ, ਹੇ ਪ੍ਰਭੂ ਜੀ, ਤੇਰੇ ਭਗਤ ਤੁਧ ਤੈਨੂੰ ਸਲਾਹਨ ਸਲਾਉਂਦੇ ਨੇ, ਤੇਰੇ ਭਗਤ ਤੈਨੂੰ ਸਲਾਉਂਦੇ ਨੇ। ਕਿਉਂਕਿ ਹੇ ਹਰੀ ਵਾਹਿਗੁਰੂ, ਤੂੰ ਆਪ ਬੇਅੰਤ ਹੈ, ਤੇਰੇ ਗੁਣ ਵੀ ਬੇਅੰਤ ਨੇ, ਤੇ ਉਹਨਾਂ ਗੁਣਾਂ ਦੇ ਉਚਾਰਨ ਵਾਲੇ ਅਨੰਤਾ ਬੇਅੰਤ ਹਨ। ਉਹਨਾਂ ਦਾ ਵੀ ਕੋਈ ਪਾਰਾਵਾਰ ਨਹੀਂ ਹੈ। ਭਗਤ ਤੇਰੇ ਮਨ ਭਾਵ ਦੇ, ਦਰ ਸੋਹਣ ਕੀਰਤ ਗਾਵਦੇ। ਪਿੱਛੇ ਭੂਤ ਕਾਲ ਵਿੱਚ ਵੀ ਤੇਰੇ ਭਗਤ ਤੈਨੂੰ ਸਲਾਉਂਦੇ, ਤੇ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਤੈਨੂੰ ਸਲਾਘਾ ਕਰ ਰਹੇ ਨੇ। ਅੱਗੇ ਭਵਿੱਖਤ ਵਿੱਚ ਵੀ ਤੈਨੂੰ ਉਹ ਸਲਾਉਂਦੇ ਰਹਿਣਗੇ, ਕਿਉਂਕਿ ਤੂੰ ਬੇਅੰਤ ਹੈ। ਤੇਰੇ ਗੁਣ ਕੀ ਬੇਅੰਤ ਹਨ, ਤੇਰੇ ਗੁਣਾਂ ਦੇ ਕਹਿਣ ਵਾਲੇ ਵੀ ਬੇਅੰਤ ਹਨ। ਹੇ ਵਾਹਿਗੁਰੂ, ਹੇ ਪ੍ਰਭੂ ਜੀ, ਤੇਰੇ ਭਗਤ ਤੈਨੂੰ ਮਨ ਬਾਣੀ ਸਰੀਰ ਕਰਕੇ ਸਲਾਉਂਦੇ ਨੇ।
हे हरि वाहिगुरु, तू आप बेअंत है, तेरे गुण भी बेअंत न, तेरे गुणां ਦਾ ਉਚਾਰਨ ਕਰਨ ਵਾਲੇ ਵੀ ਅਨੇਕਾਂ ਬੇਅੰਤ ਨੇ। ਤੇਰੇ ਜੋ ਭਗਤ ਤੇਰੇ ਗੁਣਾਂ ਨੂੰ ਉਚਾਰਨ ਕਰਨ ਵਾਲੇ ਹਨ, ਉਹ ਭਗਤ ਤੈਨੂੰ ਸਲਾਹੁੰਦੇ ਐ, ਕਿਉਂਕਿ हे ਹਰੀ ਵਾਹਿਗੁਰੂ, ਤੂੰ ਆਪ ਬੇਅੰਤ ਹੈ, ਤੇਰੇ ਗੁਣ ਵੀ ਬੇਅੰਤ ਨੇ, ਉਹਨਾਂ ਗੁਣਾਂ ਦੇ ਕਹਿਣ ਵਾਲੇ ਵੀ ਬੇਅੰਤ ਹਨ। हे ਅਨੰਤ ਪ੍ਰਭੂ, ਤੇਰੇ ਨਿਰਗੁਣ ਸਰੂਪ, ਉਸ ਨਿਰਗੁਣ ਸਰੂਪ ਦੇ ਅਨੇਕਾਂ ਭਗਤ, ਤੇਰੇ ਸਰਗੁਣ ਸਰੂਪ ਦੇ ਅਨੇਕਾਂ ਭਗਤ ਤੇਰੀ ਭਗਤੀ ਰੰਗੇ ਹੋਏ ਸਲਾਉਂਦੇ ਹਨ ਜੀ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਬ ਤਪ ਹੈ ਜਪ ਹੈ ਬੇਅੰਤਾ। ਇਹ ਵੀ ਵੀਵਸਾ ਅਲੰਕਾਰ ਦੀ ਪੰਕਤੀ ਹੈ। ਇਹ ਹਰੀ ਵਾਹਿਗੁਰੂ, ਤੇਰੀ ਪੂਜਾ ਅਨੇਕਾਂ ਪੁਰਸ਼ ਕਰਦੇ ਨੇ, ਤੇਰੀ ਪੂਜਾ ਅਨੇਕਾਂ ਕਰਦੇ ਨੇ। ਬੇਅੰਤ ਹੀ ਪੁਰਸ਼ ਤਪ ਨੂੰ ਤਪਦੇ ਹੈ ਤੇ ਗੁਣਾਂ ਨੂੰ ਜਪਦੇ ਹੈ। ਤਪ ਤਾਪਨ ਤਾਪੈ ਜਗ ਪੁੰਨ ਅਰੰਭੈ, ਅਤ ਕਿਰਿਆ ਕਰਮ ਕਮਾਏ ਜਿਉ ਬੇਅੰਤਨ। ਤੇਰੀ ਪ੍ਰਾਪਤੀ ਵਾਸਤੇ ਤੇਰੇ ਨਿਰਗੁਣ ਸਰੂਪ ਦੀ ਤੇ ਸਾਖੀ ਜਾਣ ਕੇ, ਤੇਰੇ ਨਿਰਗੁਣ ਸਰੂਪ ਨੂੰ ਸਾਖੀ ਜਾਣ ਕੇ ਅਨੇਕਾਂ ਜੀਵ ਤੇਰਾ ਪੂਜਨ ਕਰਦੇ ਆ। ਤੇਰੇ ਸਰਗੁਣ ਸਰੂਪ ਨੂੰ ਦੀ ਪ੍ਰਾਪਤੀ ਵਾਸਤੇ ਅਨੇਕਾਂ ਜੀਵ ਤੇਰਾ ਪੂਜਨ ਕਰਦੇ ਨੇ। हे ਹਰ ਪ੍ਰਭੂ ਜੀ, ਪਿੱਛੇ ਭੂਤ ਕਾਲ ਵਿੱਚ ਵੀ ਤੇਰੀ ਪੂਜਾ ਕਰਨ ਵਾਲੇ ਅਨੇਕਾਂ ਲੋਕ ਕਰਦੇ ਆਏ, ਹੁਣ ਵਰਤਮਾਨ ਦੇ ਵੀ ਤੇਰੀ ਪੂਜਾ ਅਨੇਕਾਂ ਲੋਕ ਕਰ ਰਹੇ ਨੇ, ਅੱਗੇ ਭਵਿੱਖ ਕਾਲ ਵਿੱਚ ਵੀ ਤੇਰੀ ਪੂਜਾ ਅਨੇਕਾਂ ਨੇ ਕਰਨੀ ਹੈ, ਕਰਦੇ ਰਹਿਣਗੇ। ਜਿੰਨੇ ਮਰਜੀ ਨਾਸਤਕ ਪੁਰਸ਼ ਕਹੀ ਜਾਣ, ਇਹ ਚੱਲਦਾ ਰਹੇਗਾ ਸਿਲਸਿਲਾ। ਤੇ ਕਈ ਤਪਾਂ ਨੂੰ ਤਾਪਣ ਵਾਲੇ ਤੇ ਗੁਣਾਂ ਨੂੰ ਜਪਣ ਵਾਲੇ ਜਪਦੇ ਨੇ। हे ਹਰ ਪ੍ਰਭੂ ਜੀ, ਮਨ ਬਾਣੀ ਸਰੀਰ ਕਰਕੇ ਤੇਰੀ ਪੂਜਾ ਅਨੇਕਾਂ ਲੋਕ ਕਰਦੇ ਨੇ। ਬੇਅੰਤ ਲੋਕ ਤਾਪਦੇ ਅਤੇ ਗੁਣਾਂ ਨੂੰ ਜਪਦੇ ਹੈ। हे ਹਰ ਪ੍ਰਭੂ ਜੀ, ਤੇਰੀ ਪੂਜਾ ਅਨੇਕਾਂ ਪ੍ਰਕਾਰ ਦੀ, ਤੇਰੀ ਪੂਜਾ ਕਰਨ ਵਾਲੇ ਲੋਕ ਵੀ ਅਨੇਕਾਂ ਪ੍ਰਕਾਰ ਦੇ ਬੇਅੰਤ ਪੁਰਸ਼ ਤਪਾਂ ਨੂੰ ਤਪਦੇ ਹੈ, ਅੱਗੇ ਗੁਣਾਂ ਨੂੰ ਜਪਦੇ। ਤੇਰੇ ਤਪ ਤਾਮਸੀ, ਰਾਜਸੀ, ਤਾਮਸੀ, ਸ਼ਾਂਤ ਕੀ, ਇਹ ਭੇਦ ਕਰਕੇ ਵੀ ਤਪਾਂ ਨੂੰ ਤਪਦੇ ਹੈ। ਇਹਨਾਂ ਤਪਾਂ ਨੂੰ ਕਰਨ ਵਾਲੇ ਵੀ ਅਨੇਕਾਂ ਹਨ। ਬਹੁਤ ਸਾਰੇ ਤੇਰੇ ਸਰਗੁਣ ਸਰੂਪ ਦੀ ਪ੍ਰਾਪਤੀ ਲਈ ਤਪ ਤਪਾਉਂਦੇ ਹੈ। ਸਿਆਲ ਦੀ ਰੁੱਤ ਹੋਵੇ, ਜਲ ਧਾਰੇ ਕਰਦੇ ਹੈ, ਬਰਖਾ ਸਹਾਰਨੀ, ਫਿਰ ਜੇਠ ਹਾੜ ਦੇ ਮਹੀਨੇ ਦੇ ਧੂਣੀਆਂ ਤਾਉਂਦੇ ਹੈ। 4 ਧੂਣੀਆਂ ਅੱਗ ਦੀਆਂ, 4 ਸਪੇਰੇ ਲਾਉਣੀਆਂ, ਪੂਰਬ ਪੱਛਮ ਉੱਤਰ ਦੱਖਣ ਵਾਲੇ ਪਾਸੇ। 5ਵੀਂ ਸੂਰਜ ਦੀ ਧੁੱਪ ਜੇਠ ਦੀ ਉੱਪਰੋਂ ਪੈਂਦੀ ਹੈ, ਤਪਾਉਂਦੇ ਹੈ। ਪਰਮੇਸ਼ਰ 'ਚ ਮਨ ਜੋੜਨ ਦੇ, ਇੰਦਰੀਆਂ ਨੂੰ ਰੋਕਣਾ ਬੈਠਣਾ, ਇਹ ਰਾਜਸੀ ਤਪ ਹੈ। ਇਹ ਜਿਹੜਾ ਸੀ ਧੂਣੀਆਂ ਤਪਾਉਣਾ, ਜਲ ਧਾਰੇ ਕਰਨੇ, ਇਹ ਤਮੋਗੁਣ ਤਪ ਹੈ। ਤੇ ਇੰਦਰੀਆਂ ਨੂੰ ਰੋਕਣਾ ਰਾਜਸੀ ਤਪ ਹੈ। ਮਨ ਦੇ ਸੰਕਲਪਾਂ ਵਿਕਲਪਾਂ ਨੂੰ ਰੋਕਣਾ, ਕਥਾ ਕੀਰਤਨ ਵਿੱਚ ਜੋੜਨਾ, ਇਹ ਸ਼ਾਂਤ ਕੀ ਤਪ ਹੈ। ਸਤਿਗੁਰੂ ਦੀ ਇਹ ਆਗਿਆ ਸਾਨੂੰ ਸ਼ਾਂਤ ਕੀ ਤਪ ਕਰਨ ਦੀ ਜਾਂ ਰਾਜਸੀ ਤਪ ਦੀ। ਜਿਹੜੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਨੂੰ ਮਾਰਨ ਵਾਸਤੇ ਜਾਪ ਕਰਦੇ ਹੈ, ਉਹ ਤਾਮਸੀ ਜਾਪ ਹੈ। ਜਿਹੜਾ ਸਕਾਮ ਹੋ ਕੇ ਜਾਪ ਕਰਦੇ ਉਹ ਰਾਜਸੀ ਜਾਪ ਹੈ। ਜਿਹੜਾ ਮਨ ਨੂੰ ਟਿਕਾਉਣ ਵਾਸਤੇ ਭਜਨ ਕਰਨਾ ਨਾ, ਤੇ ਇਹ ਸ਼ਾਂਤਗੀ ਜਾਪ ਹੈ। ਜਾਪ ਵੀ 3 ਪ੍ਰਕਾਰ ਦਾ ਜਾਣਨਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। हे ਪ੍ਰਭੂ ਜੀ, ਤੇਰਾ ਜਸ ਕਰਨ ਵਾਲੇ ਸਿਮਰਤੀਆਂ, ਸ਼ਾਸਤਰਾਂ ਆਦਿ ਗ੍ਰੰਥਾਂ ਵੀ, ਉਹ ਗ੍ਰੰਥ ਵੀ ਅਨੇਕ ਹਨ। ਉਹਨਾਂ ਦੇ ਪੜ੍ਹਨ ਵਾਲੇ ਪੁਰਸ਼ ਵੀ ਅਨੇਕ ਹਨ। ਅਨੇਕ ਹੀ ਕਰੰਤਾ, ਕਰਤਾ ਜੋ ਖਟ ਕਰਮ ਕਰਨ ਵਾਲੇ ਨੇ, ਗ੍ਰੰਥ ਰਚਣ ਵਾਲੇ ਨੇ, ਜਾਂ ਖਟ ਕਰਮ ਸੰਧਿਆ ਤਰਪਣ ਆਦਿ ਖਟ ਕਰਮ ਕਰਦੇ ਨੇ। ਹਿੰਦੂ ਮਤ ਦੇ ਅਨੁਸਾਰ, ਕਿਉਂਕਿ ਸਾਂਝਾ ਉਪਦੇਸ਼ ਹੈ, 4 ਵਰਨਾਂ ਕੋਈ ਹੈ ਨਹੀਂ ਸਾਂਝਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਕੋ ਸਾਂਝਾ। ਤੇ ਇਸ ਕਰਕੇ ਮਹਾਰਾਜ ਨੇ ਆਪਣੀ ਗੁਰਮਤ ਨੂੰ ਸਰੋਮਣ ਰੱਖਿਆ ਤੇ ਜਾਣਕਾਰੀ ਗੁਰਸਿੱਖਾਂ ਨੂੰ ਉਸ ਧਰਮਾਂ ਸਨਾਤਨ ਦੀ ਵੀ ਦਿੱਤੀ ਹੈ। ਤੇਰੇ ਅਨੇਕਾਂ ਸਰਗੁਣ ਸਰੂਪ ਦੇ ਭਗਤ, ਤੇਰੇ ਅਨੇਕਾਂ ਨਿਰਗੁਣ ਸਰੂਪ ਦੇ ਭਗਤ ਤੇਰੀ ਪ੍ਰਾਪਤੀ ਵਾਸਤੇ ਬਹੁਤ ਸਿਮਰਤੀਆਂ, ਸ਼ਾਸਤਰ ਪੜ੍ਹਦੇ ਹੈ। ਕਿਰਿਆ ਜੋਗ ਆਦਿ ਕਿਰਿਆ, ਨਿਉਲੀ, ਨੇਤੀ, ਧੋਤੀ, ਇਹ ਕਰਨ ਵਾਲੇ ਯੋਗਾ ਅਭਿਆਸੀ ਕਰਦੇ ਨੇ। ਪਰ ਹੈ ਤਾਂ ਅੰਦਰ ਇਹੀ ਕਿ ਪਰਮਾਤਮਾ ਪ੍ਰਾਪਤ ਹੋ ਜਾਵੇ। ਉਹ ਆਪਣੀਆਂ ਜਿਹੜੀਆਂ ਗੋਲਕਾਂ ਇੰਦਰੀਆਂ ਨੂੰ ਸਾਫ਼ ਕਰ ਸੋਚਾਚਾਰ ਕਿਰਿਆ ਕਰਦੇ ਨੇ। ਸਰੀਰ ਦੀ ਪਵਿੱਤਰਾ ਵਾਸਤੇ ਆਂਦਰਾਂ ਨੂੰ ਧੋ ਲੈਂਦੇ ਹੈ। ਮਲਮਲ ਦੀ ਲੰਮੀ ਲੀਰ ਵਿਧਾਨ ਆ ਵੀ ਕਿੰਨੇ ਗਜ ਦੀ ਹੋਵੇ, ਕਿੰਨੀ ਚੌੜੀ ਹੋਵੇ, ਅੰਦਰ ਨਿਕਲ ਜਾਣੀ, ਆਂਦਰਾਂ ਨੂੰ ਸਾਫ਼ ਕਰਨਾ, ਬਲਗਮ ਸਾਫ਼ ਕਰਨੀ, ਸੋਮ ਪਾਕ ਆਦਿ ਕਿਰਿਆ, ਇਹ ਖਟ ਕਰਮ ਕਰੰਤਾ ਖਟ ਕਰਮ ਕਰ ਰਹੇ ਨੇ। ਇਹ ਮਹਾਰਾਜ ਇਹ ਖਟ ਕਰਮ ਕਰੰਤਾ ਕਰਦੇ ਨੇ। ਇਹ ਜਿਹੜੇ ਕਰਮ ਨੇ, ਇਹਨਾਂ ਦਾ ਵੀ ਥੋੜਾ ਜਿਹਾ ਵੇਰਵਾ ਸਮਝਣ ਵਾਲਾ ਹੈ। ਹਿੰਦੂ ਮਤ ਦੇ ਵਿੱਚ ਸੰਧਿਆ ਹੈ, ਸੂਰਜ ਚੜ੍ਹਨ ਦੇ ਨਾਲ ਜਿਹੜਾ ਜਾਪ ਕਰਨਾ, ਇਹ ਸਵੇਰ ਦੀ ਸੰਧਿਆ ਹੈ। ਦੁਪਹਿਰ ਢਰ ਵੇਲੇ ਤੇ ਇਹ ਦੁਪਹਿਰ ਦੀ ਸੰਧਿਆ ਅਸਤੋਤਰ ਪੜ੍ਹਦੇ ਆ। ਇਹਦੇ ਸ਼ਾਮ ਦੇ ਵਕਤ ਸੂਰਜ ਛਿਪਦਾ ਹੈ, ਫਿਰ ਆਰਤੀ ਕਰਦੇ ਆ। ਇਹ 3 ਸੰਧਿਆ ਹਿੰਦੂ ਮਤ ਦੇ ਵਿੱਚ ਜਿਹੜੇ ਨੇ ਉਹ 5 ਵਕਤ ਨਮਾਜ਼ ਪੜ੍ਹਦੇ। ਸਾਡੇ ਲਈ
ਸਵੇਰ ਦਾ ਨਿਤਨੇਮ ਸੂਰਜ ਚੜ੍ਹਨ ਤੋਂ ਪਹਿਲਾਂ ਕਰ ਲੈਣਾ। ਦੁਪਹਿਰ ਦਾ ਨਹੀਂ ਕੋਈ ਵਿਧਾਨ, ਸ਼ਾਮ ਦੇ ਪਗ ਰਹਿ ਰਸ ਕਰਨੀ, ਤੇ ਤੀਸਰਾ ਫਿਰ ਸੌਣ ਵੇਲੇ ਕੀਰਤਨ 16 3:30 ਸੰਧਿਆ, ਇਹ ਹੈ। ਸੋ ਇਸ ਕਰਕੇ ਚਲੋ ਗੱਲ ਵੱਧਦੀ ਹੈ। ਤਰਪਣ ਇਹ ਹਿੰਦੂ ਮਤ ਵਾਲੇ ਬੁੱਕ ਭਰ ਭਰ ਕੇ ਸੂਰਜ ਨੂੰ ਪਾਣੀ ਦਿੰਦੇ ਆ। ਤਾਂ ਹੀ ਮਹਾਰਾਜ ਨੇ ਜਾ ਕੇ ਹਰਿਦੁਆਰ ਹਟਾਇਆ ਸੀ ਇਹਨਾਂ ਨੂੰ ਵੀ ਪਾਣੀ ਤਾਂ ਇੱਥੇ ਹੀ ਡਿੱਗਦਾ। ਤੇ ਚੰਦਨ ਆਦਿਕ ਠਾਕਰਾਂ ਦੀ ਮੂਰਤੀ ਦੇ ਛਿੜਕਣਾ ਕਰਦੇ ਆ। ਤੇ ਅਸੀਂ ਜਿਹੜਾ ਲੰਗਰ ਦੇ ਵਿੱਚ ਪਾਣੀ ਢੋਣਾ ਹੈ, ਇਹ ਉਹਨਾਂ ਨੂੰ ਅੱਗੇ ਭਰ ਭਰ ਕੇ ਬਾਟੇ ਪਾਣੀ ਦੇ ਦੇਣੇ ਆ, ਦੁੱਧ ਦੇ ਦੇਣੇ ਆ। ਸਾਡਾ ਇਹ ਸਾਡੀ ਇਹ ਤਰਪਣ ਹੈ। ਜਾਂ ਫਿਰ ਗੁਰੂ ਸਾਹਿਬ ਨੂੰ ਫੁੱਲ ਅਰਪਣ ਕਰਨੇ ਉਂਜਲ ਭਰ ਭਰ ਕੇ, ਇਹ ਤਰਪਣ ਹੈ। ਉਹ ਗਾਇਤਰੀ ਮੰਤਰ ਦਾ ਪਾਠ ਕਰਦੇ ਆ ਤੇ ਗੋਮੁਖੀ ਲੈ ਕੇ ਗੁਪਤ ਜਾਪ ਕਰਦੇ 24 ਅੱਖਰਾਂ ਦਾ। ਇਹ ਵੇਦ ਦਾ ਆਦ ਮੁੱਢ ਮੰਨਿਆ, ਉਹਦਾ ਜਾਪ ਕਰਦੇ। ਅਸੀਂ ਮੂਲ ਮੰਤਰ ਨੂੰ ਗੁਰਬਾਣੀ ਦਾ ਮੁੱਢ ਮੰਨ ਕੇ ਜਪਦੇ ਹਾਂ। ਉੱਥੇ ਅਥਿਤੀ ਪੂਜਾ, ਜਿਹੜਾ ਅਭਿਆਗਤ ਸੱਦੇ ਤੋਂ ਬਿਨਾਂ ਆ ਜਾਵੇ, ਅਭਿਆਗਤ ਉਹਨਾਂ ਦੀ ਪੂਜਾ ਕਰਨੀ, ਲੰਗਰ ਪਾਣੀ ਛਕਾਉਣਾ, ਆਸਣ ਦੇਣਾ, ਮੁੱਠੀ ਚਾਪੀ ਕਰਨੀ ਹਿੰਦੂ ਮਤ ਦੇ ਵਿੱਚ ਹੈ। ਸਾਡੇ ਜਿਹੜਾ ਵੀ ਆ ਗਿਆ ਉਹਨੂੰ ਗੁਰੂ ਦਾ ਰੂਪ ਜਾਣ ਕੇ, ਰੱਬ ਦਾ ਰੂਪ ਜਾਣ ਕੇ ਲੰਗਰ ਦੇਣਾ, ਵਸਤਰ ਦੇਣੇ। ਇਸ਼ਨਾਨ ਉਹ ਠਾਕਰਾਂ ਦਾ ਇਸ਼ਨਾਨ ਕਰਾਉਂਦੇ ਆ ਤੇ ਅਸੀਂ ਗੁਰਸਿੱਖਾਂ ਦਾ ਇਸ਼ਨਾਨ ਕਰਾਉਣੇ ਗੁਰੂ ਦਾ ਰੂਪ ਜਾਣ ਕੇ। ਇੱਕ ਸਿੱਖ ਦੇ ਇਸ਼ਨਾਨ ਕਰੇ ਦਾ ਕਿੰਨਾ ਫਲ ਰੱਖਿਆ ਭਾਈ ਸਾਹਿਬ ਜੀ ਨੇ, ਪੜ੍ਹ ਕੇ ਦੇਖੋ ਸੁਭਈਆ। ਦੇਵ ਅਰਚਨ, ਆਪਣੇ ਦੇਵਤੇ ਨੂੰ ਅਰਚਨ ਭੋਗ ਲਾਉਣਾ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿਰਪਾਨ ਭੇਟ ਕਰਦੇ ਆ। ਇਹ ਥੋੜੇ ਜਿਹੇ ਭੇਦ ਨੇ ਪੂਜਾ ਦੇ, ਹੈ ਗੱਲ ਇੱਕੋ ਹੀ ਹੈ। ਥੋੜਾ ਬਹੁਤ ਅੰਤਰ, ਕਿਤੇ ਅਗਿਆਨ ਜ਼ਿਆਦਾ ਹੋਣ ਕਰਕੇ ਉਹ ਪੂਜਾ ਕਿਤੇ ਪੱਥਰਾਂ ਨਾਲ ਜੁੜ ਗਈ ਤੇ ਕਿਤੇ ਸ਼ਬਦ ਦੀ ਪੂਜਾ ਦੇ ਵਿੱਚ ਹੈ, ਨਿਰੋਲ ਗਿਆਨ ਹੋਣ ਕਰਕੇ ਇੰਨਾ ਹੀ ਭੇਦ ਹੈ। ਇਸ ਕਰਕੇ ਇਹ 6 ਕਰਮ। ਖੱਟ ਕਰਮ ਕੀ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਬ੍ਰਾਹਮਣਾਂ ਦੀ ਦਾਨ ਦੇਣਾ, ਦਾਨ ਲੈਣਾ, ਜਗ ਕਰਨਾ, ਜਗ ਕਰਾਉਣਾ, ਇਹ ਹਿੰਦੂ ਮਤ ਦੇ 6। ਜਾਂ ਵੀ 6 ਕਰਮ ਕਿਹੜੇ? ਖੱਟ ਕਰਮ ਮੰਨੂ ਦੇ ਅਨੁਸਾਰ। ਮੰਨੂ ਜੀ ਸਿਮਰਤੀ ਕਹਿੰਦੇ ਵੇਦ ਅਭਿਆਸ, ਤਪ, ਗਿਆਨ, ਇੰਦਰੇ ਜਿੱਤ, ਅਹਿੰਸਾ, ਗੁਰ ਸੇਵਾ, ਇਹ 6 ਹੋ ਗਏ ਇਹ ਕਰਮ। ਖੱਟ ਕਰਮ ਅਤਰੈ ਰਿਸ਼ੀ ਹੋਇਆ। ਉਹ ਕਹਿੰਦੇ ਪਹਿਲਾ ਜਪ, ਦੂਸਰਾ ਤਪ, ਤੀਸਰੀ ਪੂਜਾ, ਚੌਥਾ ਤੀਰਥ ਇਸ਼ਨਾਨ, ਪੰਜਵਾਂ ਮੰਤਰ ਸਾਧਨ ਤੇ 6ਵਾਂ ਸੰਨਿਆਸ। ਉਹਨੇ 6 ਕਰਮ ਇਹ ਮੰਨੇ। ਖੱਟ ਕਰਮ ਕਰੰਤਾ, ਜਗ ਨੂੰ ਕਰਨ ਵਾਲੇ ਹੋ ਕੇ ਕਰਮ ਨਿਤ ਨਿਮਿਤ ਪ੍ਰਾਸ਼ਚਿਤ ਵਿਦ ਨਿਖੇਦ ਕਰਮਾਂ ਨੂੰ ਕਰਦੇ ਆ। ਖੱਟ ਕਰਮਾਂ ਦੇ ਅਨੁਸਾਰ ਸੰਧਿਆ, ਇਸ਼ਨਾਨ, ਜਪ, ਹਵਨ ਤੇ ਵੇਦ ਆਦਿ, ਇਹ ਵੇਦ ਪੂਜਾ ਅਤੇ 6 ਕਰਮ ਜਿਹੜੇ ਨੇ ਉਹ ਅਨੇਕਾਂ ਹੀ ਤੇਰੇ ਕਰਦੇ ਆ। ਪ੍ਰਮਾਤਮਾ ਪ੍ਰਾਪਤੀ ਵਾਸਤੇ ਹੀ ਤਰਲੇ ਮਾਰਦੇ ਆ ਸਾਰੇ। ਤੇ ਹੈ ਤੂੰ ਇੱਕ ਪਰ ਅਗਿਆਨ ਕਰਕੇ ਕਿਤੇ ਕਿਤੇ ਕੀਰਤਨ ਪੂਜਾ ਹੋ ਗਈ, ਕਿਤੇ ਤੇਰੀ ਸਿੱਧੀ ਪੂਜਾ ਹੈ ਜੀ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਹੁਣ ਨਿਚੋੜ ਕਰਤਾ ਨਾ ਇਹਨਾਂ ਸਾਰਿਆਂ ਵਿੱਚੋਂ ਜਿਹੜੇ ਗਿਣੇ ਨੇ 20 ਸਾਲਾਂ ਕਰ ਸਤਿਗੁਰੂ ਫਰਮਾਨ ਕਰਦੇ ਨੇ, ਸੇ ਉਹ ਨਿਰਗੁਣ ਸਰੂਪ ਦੇ ਭਗਤ ਭਲੇ ਚੰਗੇ ਨੇ, ਸੇ ਉਹ ਸਰਗੁਣ ਸਰੂਪ ਦੇ ਭਗਤ। ਕਿਉਂ? ਨਿਰਗੁਣ ਆਪ ਸਰਗੁਣ ਪੇ ਤੇਰੇ ਨੇ ਦੋਨੇ ਰਾਮ, ਤੇਰੇ ਦੋਨੇ ਸਰੂਪ ਨੇ। ਚੰਗੇ ਹਨ ਉਹ ਭਲੇ ਨੇ, ਜੋ ਮੇਰੇ ਭਗਵੰਤ ਨੂੰ ਭਾਵੇ ਪਾਉਂਦੇ ਨੇ, ਚੰਗੇ ਲੱਗਦੇ ਨੇ। ਜਿਹੜੇ ਭਗਤੀ ਕਰਦੇ ਰੱਬ ਨੂੰ ਚੰਗੇ ਲੱਗਦੇ ਨੇ। ਉਹ ਭਗਤ ਪਿੱਛੇ ਵੀ ਭੂਤ ਕਾਲ ਵਿੱਚ ਭਲੇ ਸੀ, ਹੁਣ ਵਰਤਮਾਨ ਦੇ ਵਿੱਚ ਵੀ ਭਲੇ ਨੇ, ਅੱਗੇ ਭਵਿੱਖਤ ਕਾਲ ਵਿੱਚ ਹੀ ਉਹਨਾਂ ਨੂੰ ਭਲੇ ਹੀ ਕਿਹਾ ਜਾਏਗਾ। ਇਹ ਹਰੀ ਭਗਵੰਤ ਜਿਹੜੇ ਪਰਮੇਸ਼ਰ ਵਾਹਿਗੁਰੂ ਨੂੰ ਭਾਵੇ ਪਾਉਂਦੇ ਨੇ, ਉਹ ਭਗਤ ਜੋ ਮਨ ਬਾਣੀ ਸਰੀਰ ਕਰਕੇ ਭਗਤੀ ਕਰਨ ਵਾਲੇ ਨੇ, ਮੇਰੇ ਹਰੀ ਭਗਵੰਤ ਨੂੰ ਭਾਵੇ ਪਾਉਂਦੇ ਨੇ। ਉਹ ਭਗਤ ਜੋ ਹਰੀ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਨੇ, ਸੇ ਉਹ ਤਿੰਨਾਂ ਲੋਕਾਂ ਵਿੱਚ ਮੇਰੇ ਭਗਵੰਤ ਵਾਹਿਗੁਰੂ ਨੂੰ ਭਾਉਂਦੇ ਆ, ਚੰਗੇ ਲੱਗਦੇ ਨੇ। ਭਗਤੀ ਤੋਂ ਬਿਨਾਂ ਪ੍ਰਮਾਤਮਾ ਨੂੰ ਕੋਈ ਚੰਗਾ ਨਹੀਂ ਲੱਗਦਾ, ਚੰਗਾ ਹੀ ਭਗਤੀ ਕਰਨ ਵਾਲਾ ਲੱਗਦਾ, ਪ੍ਰੇਮਾ ਭਗਤੀ ਕਰਨ ਵਾਲਾ ਜੀ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜ ਅਵਰ ਨਾ ਕੋਈ। ਹੇ ਪ੍ਰਭੂ ਜੀ, ਤੂੰ ਸਭ ਜਗਤ ਦਾ ਆਦ ਮੁੱਢ ਰੂਪ ਹੈ, ਸੰਸਾਰ ਦਾ ਮੁੱਢ ਹੈ, ਤੇਰਾ ਤਾਂ ਕੋਈ ਮੁੱਢ ਨਹੀਂ। ਪੁਰਖ ਪੂਰਨ ਅਪਰੰਪਰ ਪ੍ਰਕਿਰਤੀ ਤੋਂ ਪਰੇ ਰੂਪ ਹੈ, ਜਗਤ ਨੂੰ ਪੈਦਾ ਕਰਨ ਵਾਲਾ ਹੈ, ਕਰਤਾ ਹੈ ਸ੍ਰਿਸ਼ਟੀ ਦਾ, ਤੇ ਤੁਧ ਤੇਰੇ ਜੀਵੜ ਜਿੱਡਾ ਹੋਰ ਕੋਈ ਨਹੀਂ ਹੈ। ਤੂੰ ਆਦ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਦਿਓ ਐਸਾ ਹੈ। ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਸ਼ਚਲ ਕਰਤਾ ਸੋਈ। ਨਿਸ਼ਚਲ ਨਿਸ਼ਚਲ ਚਲਾਏਮਾਨ ਨਾ ਹੋਣ ਵਾਲਾ ਕਰਤਾ ਰੂਪ ਪ੍ਰਭੂ, ਤੂੰ ਸੋਈ ਉਹੀ ਹੈ ਜੋ ਪਿੱਛੇ ਭੂਤ ਕਾਲ ਵਿੱਚ ਵੀ ਸੀ, ਜੁਗਾਂ ਦੇ ਵਿੱਚ ਵੀ ਸੀ, ਹੁਣ ਵਰਤਮਾਨ ਕਾਲ ਦੇ ਵਿੱਚ ਵੀ ਹੈ। ਜੁਗਾਂ ਜੁਗਾਂ ਦੇ ਵਿੱਚ ਇੱਕ ਤੂੰ ਹੀ ਹੈ ਜੀ, ਭਵਿੱਖਤ ਕਾਲ ਵਿੱਚ ਵੀ, ਜੁਗਾਂ ਜੁਗੰਤਰਾਂ ਵੀ ਇੱਕ ਤੂੰ ਹੀ ਹੋਵੇਗਾ। हे ਪ੍ਰਭੂ ਜੀ, ਸਦਾ ਸਦਾ ਇੱਕੋ ਇੱਕ ਤੂੰ ਹੀ
ਸਾਰੇ ਯੁੱਗਾਂ ਵਿੱਚ ਜੁਗ ਜੁੜ ਰਿਹਾ ਹੈ। ਸੋ ਤੂੰ ਨਿਹਚਲ ਅਚਲ ਸਰੂਪ ਹੈ ਜੇ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਇਹ ਵਾਹਿਗੁਰੂ ਜੋ ਤੈਨੂੰ ਭਾਵੇ, ਭਾਉਂਦਾ ਚੰਗਾ ਲੱਗਦਾ ਤੇ ਸੋਈ ਉਹੀ ਵਰਤਦਾ। ਜੋ ਤੈਨੂੰ ਆਪੇ ਕਰੇ ਕਰਦਾ ਹੈ ਉਹੀ ਹੁੰਦਾ, ਤੇਰੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੁੰਦਾ ਹੈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। हे ਪ੍ਰਭੂ ਜੀ, ਤੁਸਾਂ ਨੇ ਆਪ ਹੀ ਸਾਰੀ ਸ੍ਰਿਸ਼ਟੀ, ਜਿਵੇਂ ਜਲ ਦੀਆਂ ਲਹਿਰਾਂ ਉਪਾਈ ਪੈਦਾ ਕੀਤੀ ਹੈ, ਜਿਵੇਂ ਸਮੁੰਦਰ ਦੇ ਚੋਂ ਲਹਿਰਾਂ ਪੈਦਾ ਹੋ ਜਾਂਦੀਆਂ ਨੇ, ਜਿਉਂ ਜਲ ਤਰੰਗ ਉੱਠੇ ਬਹੁ ਭਾਤੀ ਮਿਲ ਸਲ ਲੈ ਸਲ ਸਮਾਇਂਦਾ। ਤੇਰੇ ਵਿੱਚੋਂ ਸੰਸਾਰ ਦੀ ਲਹਿਰ ਉੱਠੀ ਹੈ, ਤੇਰੇ ਵਿੱਚ ਹੀ ਸਮਾ ਜਾਣੀ ਹੈ। ਤੁਸਾਂ ਨੇ ਆਪ ਹੀ ਸ੍ਰਿਸ਼ਟੀ ਨੂੰ ਸਿਰਜ ਪੈਦਾ ਕਰਕੇ ਰਚ ਕੇ ਫਿਰ ਗੋਈ ਮਿਲਾਈ। ਇਹਦੇ ਤਿੰਨ ਅਰਥ ਹਨ, ਗੋਈ, ਮਿਲਾਈ, ਛਪਾਈ। ਫਾਰਸੀ ਦੇ ਵਿੱਚ ਆਉਂਦੇ ਨੇ ਸਾਰੇ। ਇਸ ਕਰਕੇ ਫਾਰਸੀ ਵਿੱਚ ਗੋਈ ਨਾਮ ਬੁਲਾਉਣ ਦਾ ਵੀ ਹੈ, ਛਪਾਈ ਦਾ ਵੀ ਹੈ, ਮਿਲਾਈ ਦਾ ਵੀ। ਸਾਰਿਆਂ ਨੂੰ ਆਪਣੇ ਪਾਸ ਬੁਲਾ ਲੈਣਾ, ਬੁਲਾਈ ਆਪਣੇ ਚ ਗੋਈ ਗੁਪਤ ਕਰ ਲੈਣਾ, ਛਪਾਈ ਆਪਣੇ ਚ ਛਪਾ ਲੈਣਾ। ਉਹ ਅਰਥ ਸਿਧਾਂਤਕ ਤੌਰ ਤੇ ਸਾਰੀ ਮਿਲਦੇ। ਫਾਰਸੀ ਦਾ ਸ਼ਬਦ ਹੈ ਜੀ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਇਹ ਸਭ ਸੇ ਪਾਠ ਭਾਈ ਇਕੱਠਾ ਉਚਾਰਨ ਕਰਨਾ, ਪਾਠ ਦੇ ਵਿੱਚ ਹੀ ਖਾਲ ਰੱਖਣਾ। ਪਾਠ ਬੋਧ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਹੇ ਪੁਰਸ਼ਾ, ਹੇ ਗੁਰੂ ਸਿੱਖੋ, ਉਸ ਕਰਤੇ ਪੁਰਖ ਦੇ ਗੁਣਾਂ ਨੂੰ ਆਪਣੇ ਅੰਦਰ ਅੰਤਸ਼ਕਰਨ ਵਿੱਚ ਗਾਵਣਾ ਕਰੋ। ਕਰਤੇ ਵਾਹਿਗੁਰੂ ਜੋ ਸਭ ਸੇ ਸਾਰਿਆਂ ਦੇ ਜਾਣੋਈ, ਜਾਣਨ ਵਾਲਾ ਹੈ। ਇਹ ਨਾ ਸਮਝੋ ਵੀ ਉਹਨੂੰ ਕੁਝ ਪਤਾ ਨਹੀਂ ਲੱਗਦਾ। ਘਟ ਘਟ ਕੇ ਅੰਤਰ ਕੀ ਜਾਣਤ, ਸਦ ਸੁਣਦਾ ਸਦ ਵੇਖਦਾ। ਸਤਿਗੁਰੂ ਫਰਮਾਨ ਕਰਦੇ ਨੇ, ਮੈਂ ਜਦੋਂ ਸ੍ਰਿਸ਼ਟੀ ਦੇ ਕਰਤੇ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਹਾਂ, ਜੋ ਜਿਹੜੇ ਪ੍ਰਭੂ ਦੇ ਸਭ ਸੇ ਸਾਰਿਆਂ ਦੇ ਦਿਲ ਦੀ ਜਾਣੋਈ, ਜਾਣਨ ਵਾਲਾ ਹੈ, ਉਹਦੇ ਗੁਣ ਗਾਉਣਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸੋ ਅੱਗੇ ਫਰਮਾਨ ਕਰਦੇ, ਚੌਥੇ ਪਾਤਸ਼ਾਹ ਦੀ ਸ਼ਬਦ ਹੈ ਜੀ ਅੱਗੇ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ। ਇਹਦੇ ਫਿਰ ਕਿਉਂਕਿ ਸ਼ੁਰੂ ਚ ਦੱਸਿਆ ਸੀ ਨਾ ਵੀ ਰਹਿ ਰਾਸ ਦੇ ਜਿੰਨੇ ਸ਼ਬਦ ਨੇ, ਇਹਨਾਂ ਦਾ ਆਪਣਾ ਆਪਣਾ ਸਥਾਨ ਆਪਣੇ ਆਪਣੇ ਰਾਗਾਂ ਦੇ ਵਿੱਚ ਵੀ ਮਿਲਦਾ, ਰਹਿ ਰਾਸ ਦੇ ਵਿੱਚ ਵੀ ਹੈ। ਇਹ ਪਿੱਛੇ ਬੇਨਤੀ ਕਰੀ ਸੀ। ਤੇ ਉੱਥੇ ਦੋਨਾਂ ਥਾਵਾਂ ਤੇ ਵੀ ਭੇਦ ਰੱਖਿਆ। ਉਹ ਕਿਸ ਰੰਗ ਦੇ ਵਿੱਚ ਉਚਾਰਨ ਕੀਤਾ ਮਹਾਰਾਜ ਨੇ, ਉਹ ਕਿਸ ਰੰਗ ਦੇ ਵਿੱਚ ਉਚਾਰਨ ਕੀਤਾ, ਉਹ ਕਿਹਨਾਂ ਗੁਰਸਿੱਖਾਂ ਦੇ ਪ੍ਰਤੀ ਐ ਫਿਰ ਉਹਦਾ ਫਿਰ ਦੋ ਭੇਦ ਰੱਖਿਆ ਵੀ ਮਾਤਰਾ ਕਰਕੇ ਪਤਾ ਲੱਗ ਜਾਵੇ ਇਹ ਦੋ ਵਾਰ ਉਚਾਰਨ ਕੀਤਾ ਹੋਇਆ ਸ਼ਬਦ। ਇੱਥੇ ਰਹਿ ਰਸ ਵਾਲਾ ਜਿਹੜਾ ਉਹ 11 ਅੰਗ ਆ ਗਿਆ ਹੁਣ ਗੁਰੂ ਗ੍ਰੰਥ ਸਾਹਿਬ ਦਾ, ਉਹ 365 ਅੰਗ ਤੇ ਆਏਗਾ ਆਸਾ ਰਾਗ ਦੇ ਵਿੱਚ। ਉੱਥੇ ਆਏਗਾ ਆਸਾ ਮਹੱਲਾ ਚੌਥਾ। ਇੱਥੇ ਤਾਂ ਇਹ ਹੈ ਹੁਣ ਜਿਹੜਾ ਤੁਹਾਡੇ ਕੋਲ ਪੋਥੀਆਂ ਦੇ ਵਿੱਚ ਹੈ, ਆਸਾ ਮਹੱਲਾ ਚੌਥਾ, ਇੰਨੇ ਅੱਖਰ। ਪਰ ਜਦੋਂ ਆਸਾ ਰਾਗ ਦੇ ਵਿੱਚ ਪੜੋਗੇ 365 ਅੰਗ ਤੇ ਉੱਥੇ ਆਏਗਾ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੰਨੇ ਅੱਖਰ ਇਹ ਉੱਥੇ ਪੜ੍ਹੇ ਜਾਣਗੇ। ਇਸ ਤੋਂ ਬਾਅਦ ਜੋ ਤੂੰ ਦੇਹ ਸੋਈ ਹੋਂ ਪਾਈ, ਇਹਦੇ ਚ ਸ਼ਬਦ ਆਏਗਾ। ਰਹਿ ਰਾਸ ਦੇ ਵਿੱਚ ਤਾਂ ਇਹ ਹੈ ਜੋ ਤੂੰ, ਤੱਤੇ ਦੇ ਉੱਤੇ ਟਿੱਪੀ ਨਹੀਂ ਹੈ। ਪਰ ਆਸਾ ਰਾਗ ਦੇ ਵਿੱਚ ਜਦੋਂ ਆਏਗਾ ਅੱਗੇ, ਇੱਥੇ ਤੱਤੇ ਦੇ ਉੱਤੇ ਟਿੱਪੀ ਲੱਗੀ ਹੈ, ਜੋ ਤੂੰ ਦੇਹ ਸੋਈ ਹੋਂ ਪਾਈ। ਉਸ ਤੋਂ ਅੱਗੇ ਫਿਰ ਤੂੰ ਆਪੇ ਕਰਤਾ ਸ਼ਬਦ ਹੁਣ ਆਉਣ ਵਾਲਾ ਹੈ। ਆਹ ਸ਼ਬਦ ਜਿਹੜਾ ਰਹਿ ਰਸ ਵਾਲਾ ਹੈ, ਇਹਦੇ ਤੇ ਟਿੱਪੀ ਲੱਗੀ ਅਗਲੇ ਤੂੰ ਤੇ, ਆਸਾ ਰਾਗ ਵਾਲੇ ਤੇ ਫਿਰ ਤੇ ਟਿੱਪੀ ਹੈ ਨਹੀਂ। ਇਹ ਭੇਦ ਨੇ ਪਾਠ ਦੇ। ਤੇ ਇਹ ਸ਼ਬਦ ਗੁਰੂ ਰਾਮਦਾਸ ਮਹਾਰਾਜ ਨੇ ਸਿੱਖਾਂ ਨੂੰ ਪਰਮਾਤਮਾ ਦੇ ਸਨਮੁਖ ਬੇਨਤੀ ਕਰਨ ਵਾਸਤੇ, ਇੱਕ ਢੰਗ ਦੱਸਣ ਵਾਸਤੇ, ਤੇ ਕਿਸ ਤਰ੍ਹਾਂ ਬੇਨਤੀ ਕਰਨੀ ਹੈ, ਉਹਦੀ ਪ੍ਰਾਪਤੀ ਜੇ ਮਨ ਵਿੱਚ ਹਿੱਤ ਹੈ ਤਾਂ ਇਸ ਤਰ੍ਹਾਂ ਬੇਨਤੀ ਕਰੋ। ਜੇ ਰੱਬ ਨੂੰ ਮਿਲਣਾ ਚਾਹੁੰਦੇ ਹੋ ਗੁਰਸਿੱਖੋ, ਮਹਾਰਾਜ ਕਹਿੰਦੇ ਫਿਰ ਆਹ ਢੰਗ ਤਰੀਕਾ ਵਰਤੋ ਜੀ। ਤੂੰ ਕਰਤਾ ਪੜਿਓ ਜੀ ਦੁਬਾਰਾ, ਤੂੰ ਕਰਤਾ ਸਚਿਆਰ ਮੈਡਾ ਸਾਈਂ। ਹੇ ਪ੍ਰਭੂ ਜੀ, ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਕਰਨਹਾਰ, ਰਚਣ ਵਾਲਾ, ਸੱਚਾ ਸਤ ਸਰੂਪ ਹੈ। ਮੈਂਡਾ ਮੇਰਾ ਸਾਈਂ ਮਾਲਕ ਹੈ। ਇਹ ਜਿਹੜਾ ਮੈਂਡਾ ਸ਼ਬਦ ਹੈ ਇਹ ਲਹਿੰਦੇ ਪੰਜਾਬ ਦੀ ਬੋਲੀ ਹੈ। ਇਸ ਕਰਕੇ ਮੈਂਡਾ ਮੇਰੇ ਸਾਈਂ ਮਾਲਕ, ਤੂੰ ਸ੍ਰਿਸ਼ਟੀ ਦਾ, ਕਿਉਂਕਿ ਗੁਰਬਾਣੀ 'ਚ ਸਾਰੀਆਂ ਬੋਲੀਆਂ ਆਉਂਦੀਆਂ। ਕਰਤਾ ਰਚੈਤਾ ਹੈ, ਸਚਿਆਰ ਸੱਚ ਸਰੂਪ ਹੈ, ਸੱਚ ਦੀ ਸਿੱਖਿਆ ਦੇਣ ਵਾਲਾ ਹੈ, ਸਚਾਈ ਵਿੱਚ ਚਲਾਉਣ ਵਾਲਾ ਹੈ। ਜਿਸ ਨੇ ਵੀ ਇਹ ਨਿਸ਼ਚਾ ਕੀਤਾ ਹੈ, हे ਪ੍ਰਭੂ ਤੂੰ ਮੈਂਡਾ ਮੇਰਾ ਸਾਈਂ ਮਾਲਕ ਹੈ, ਐਸਾ ਨਿਸ਼ਚਾ ਜੇ ਕਿਸੇ ਨੇ ਕਰ ਲਿਆ ਤਾਂ ਕਰਤਾ ਕਰਨਹਾਰ ਨੇ, ਸਚਿਆਰ ਸੱਚ ਸਰੂਪ ਪ੍ਰਭੂ ਤੂੰ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਜੋ ਤੋ ਭਾਵੈ ਸੋਈ ਥੀਸੀ,
ਜੋ ਤੂ ਦੇਹ ਸੋਈ ਹਉ ਪਾਈ। ਜੋ ਗੱਲ ਤੁਹਾਨੂੰ ਭਾਉਂਦੀ ਹੈ, ਉਹ ਚੰਗੀ ਲੱਗਦੀ ਹੈ, ਸੋਈ ਥੀ ਸੀ ਉਹੀ ਹੁੰਦੀ ਹੈ। ਜੋ ਵਸਤੂ ਤੁਸੀਂ ਦੇਹ ਦਿੰਦੇ ਹੋ ਤੇ ਉਹੀ ਮੈਂ ਪਾਈ। ਤੇ ਤੁਮਰਾ ਦੀਆ ਪਹਿਨੋਂ ਖਾਈ, ਤੁਹਾਤੋਂ ਬਿਨਾਂ ਹੋਰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਤੇ ਤੁਹਾਡਾ ਦਿੱਤਾ ਹੀ ਮੇਰੇ ਕੋਲ ਹੈ ਜੋ ਵੀ ਹੈ। ਜੇ ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਨੇ, ਸਭ ਤੇਰੀ ਤੂੰ ਸਭਨੀ ਧਿਆਇਆ। ਇਹ ਸਭ ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਸਭਨੀ ਧਿਆਇਆ। ਸਾਰਿਆਂ ਨੇ ਤੈਨੂੰ ਧਿਆਇਆ ਹੈ, ਸਾਰੇ ਆਪ ਜੀ ਨੂੰ ਸਾਰਿਆਂ ਨੇ ਤੈਨੂੰ ਧਿਆਇਆ ਹੈ। ਸਭ ਤੇਰੀ ਸ੍ਰਿਸ਼ਟੀ ਤੇਰੀ, ਤੂੰ ਸਭਨੀ ਧਿਆਇਆ। ਹੇ ਵਾਹਿਗੁਰੂ, ਸ੍ਰਿਸ਼ਟੀ ਤੇਰੀ ਤੇ ਸਭਨੀ ਸਾਰਿਆਂ ਵੱਲੋਂ ਧਿਆਇਆ ਗਿਆ, ਤੈਨੂੰ ਧਿਆਉਂਦੇ ਨੇ ਸਾਰੇ, ਧਿਆ ਰਹੇ ਹਨ। ਜੇ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਧਿਆਉਂਦੇ ਤਾਂ ਸਾਰੇ ਨੇ, ਪਰ ਜਿਸ ਨੂੰ ਆਪ ਕਿਰਪਾ ਕਰਹਿ ਕਰਦੇ ਹੋ, ਉਹਨਾਂ ਨੇ ਸਤਿਗੁਰਾਂ ਪਾਸੋਂ ਨਾਮ ਰੂਪੀ ਰਤਨ ਪਾਇਆ ਹੈ, ਬੈਰਾਗ ਰੂਪੀ ਰਤਨ ਪਾਇਆ ਹੈ, ਗਿਆਨ ਰੂਪੀ ਰਤਨ ਪ੍ਰਾਪਤ ਕੀਤਾ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਐਸਾ ਫਰਮਾਨ ਕੀਤਾ ਹੈ। ਗੁਰਮੁਖ ਲਾਦਾ ਮਨ ਮੁਖ ਗਵਾਇਆ। ਜੋ ਗੁਰਮੁਖ ਜਾਇਓ ਕਹੋ, ਜੋ ਗੁਰਮੁਖਾਂ ਦੀ ਸੰਗਤ ਕਰਨ ਵਾਲੇ ਨੇ, ਉਹਨਾਂ ਨੇ ਤਾਂ ਆਪ ਜੀ ਦੇ ਨਾਮ ਨੂੰ, ਆਪ ਜੀ ਦੇ ਸਰੂਪ ਨੂੰ, ਲਾਦਾ ਨਾਮ ਲੱਭਣ ਦਾ ਲੱਭ ਲਿਆ, ਪ੍ਰਾਪਤ ਕਰ ਲਿਆ। ਪਰ ਜਿਹੜੇ ਮਨਮੁਖਾਂ ਦੀ ਕੁਸੰਗਤ ਕਰਨ ਵਾਲੇ, ਉਹਨਾਂ ਨੇ ਆਪ ਦੀ ਪ੍ਰਾਪਤੀ ਭਾਵ ਨਾਮ ਨੂੰ ਗਵਾ ਲਿਆ, ਅਥਵਾ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ। ਕਿਉਂਕਿ ਪ੍ਰਮਾਤਮਾ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਹੈ, ਪਰ ਮਨਮੁਖ ਨੂੰ ਪ੍ਰਾਪਤੀ ਨਹੀਂ ਹੁੰਦੀ ਉਹਦੀ। ਜਿਵੇਂ ਮੱਖਣ ਹੁੰਦਾ ਤਾਂ ਦੁੱਧ ਦੇ ਵਿੱਚ ਹੀ ਹੈ, ਪਰ ਜੇ ਕਾਂਜੀ ਦੀ ਉਹਦੇ 'ਚ ਬੂੰਦ ਪਾ ਦਈਏ ਦੁੱਧ ਦੇ ਵਿੱਚ ਤਾਂ ਦੁੱਧ ਫਟ ਜਾਂਦਾ ਹੈ। ਯਤਨ ਵੀ ਕਰੋ, ਮੱਖਣ ਤਾਂ ਵੀ ਨਹੀਂ ਨਿਕਲਦਾ। ਫਿਰ ਇਹ ਰੀਤ ਦੇ ਅਨੁਸਾਰ ਜਿਹੜੇ ਕੁਸੰਗਤ ਦੀ ਕਾਂਜੀ ਪਾ ਬੈਠਦੇ ਆ ਨਾ, ਇਹ ਬੂੰਦ ਪੈ ਗਈ ਕੁਸੰਗਤ ਦੀ, ਉਹ ਮਨਮੁਖਾਂ ਦੇ ਹਿਰਦੇ 'ਚੋਂ ਤੇ ਆਨੰਦ ਰੂਪ ਮੱਖਣ ਨਹੀਂ ਨਿਕਲਦਾ। ਫਿਰ ਪਰਮਾਤਮਾ ਦੀ ਸਿਖਿਆਤਾਕਾਰ ਉਹ ਮੱਖਣ ਨਹੀਂ ਨਿਕਲਦਾ। ਫਿਰ ਉਹਨਾਂ ਦਾ ਫਟੇ ਹੋਏ ਦੁੱਧ ਹੀ ਨਿਆਈ ਹੈ, ਇਉਂ ਬਣ ਜਾਂਦਾ, ਬੇਕਾਰੀ ਹੋ ਜਾਂਦਾ ਹੈ। ਜੇ ਠੀਕ ਰੀਤ ਨਾਲ ਦੁੱਧ ਨੂੰ ਜਾਗ ਲਗਾ ਦਿੱਤਾ ਜਾਵੇ ਤਾਂ ਫਿਰ ਮੱਖਣ ਨਿਕਲਦਾ, ਕੋਈ ਉਹਦੇ 'ਚ ਮੁਸ਼ਕਲ ਨਹੀਂ ਹੈ। ਸੋ ਜਿਨ੍ਹਾਂ ਗੁਰਮੁਖਾਂ ਨੂੰ ਜਾਗ ਦੀ ਨਿਆਈ ਸਤ ਸੰਗਤ ਪ੍ਰਾਪਤ ਹੋ ਗਈ ਹੈ, ਮੱਖਣ ਦੀ ਨਿਆਈ ਪਰਮਾਤਮਾ ਦਾ ਆਨੰਦ ਵੀ ਪ੍ਰਾਪਤ ਹੋਊਗਾ। ਕਿਉਂਕਿ ਉਹਨਾਂ ਨੂੰ ਵਿਵੇਕ ਰੂਪੀ ਮਧਾਣੀ ਦੁਆਰਾ ਪੁਨः ਅਭਿਆਸ ਦੁਆਰਾ ਰਿੜਕਣਾ ਕਰਦੇ ਨੇ। ਇਹ ਹਿਰਦੇ ਰੂਪੀ ਚਾਟੀਏ ਪਰਮਾਤਮਾ ਨੂੰ, ਉਸ ਦੇ ਆਨੰਦ ਨੂੰ ਲਾਦਾ ਲੱਭ ਲਿਆ ਹੈ। ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਗੁਰਮੁਖ ਸ਼ਬਦ ਆਇਆ। ਗੁਰਮੁਖ ਕੌਣ ਹੁੰਦਾ ਹੈ? ਉਹ ਤਾਂ ਸਤਿਕਾਰ ਵਾਸਤੇ ਮੈਂ ਤੁਹਾਨੂੰ ਗੁਰਮੁਖ ਕਹਿਦਾ, ਤੁਸੀਂ ਮੈਨੂੰ ਕਹਿ ਦੋ, ਇਹ ਇੱਕ ਗੱਲ ਵੱਖਰੀ ਹੈ। ਜੋ ਗੁਰੂ ਵੱਲ ਮੁਖ ਰੱਖਦਾ ਹੈ, ਮੁਖ ਦਾ ਅਰਥ ਰੁਖ, ਕਲਾ ਆਹੀ ਮੁਖ ਨਹੀਂ, ਰੁਖ, ਗੁਰੂ ਵੱਲ ਨੂੰ ਅੰਦਰ ਤੋਂ ਅੰਤਸ਼ ਕਰਨ ਦਾ ਰੁਖ, ਉਹਨੂੰ ਕਹਿੰਦੇ ਗੁਰਮੁਖ। ਸਨਮੁਖ ਜਿਹੜਾ ਗੁਰੂ ਨੂੰ ਸਾਹਮਣੇ ਹਾਜ਼ਰ ਨਾਲ ਸਮਝਦਾ ਹੈ। ਗੁਰਮੁਖ ਦੇ 4 ਲੱਖਣ ਕਹੇ ਹੈ। ਕਰਨਾ, ਦੁਖੀ ਨੂੰ ਦੇਖ ਕੇ ਦਇਆ ਕਰੂਗਾ। ਮੁਦਤਾ, ਸੁਖੀ ਨੂੰ ਦੇਖ ਕੇ ਖੁਸ਼ ਹੋਊਗਾ ਵੀ ਹੇ ਵਾਹਿਗੁਰੂ, ਇਹ ਇੰਨੇ ਸੁਖ ਤੈਂ ਦਿੱਤੇ, ਇਹਨੇ ਪੁੰਨ ਕਰਮ ਕੀਤਾ, ਬੜਾ ਚੰਗਾ ਕੀਤਾ। ਮੈਤਰੀ, ਦੂਜੇ ਦੀ ਪ੍ਰਭਤਾ ਦੇਖ ਕੇ ਮੈਤਰੀ ਭਾਵ ਮਿੱਤਰਤਾ ਵਾਲਾ ਸੁਭਾਵ ਰੱਖੂਗਾ, ਉਹਦੀ ਸ਼ੋਭਾ ਕਰੂਗਾ, ਸੜਦਾ ਨਹੀਂ ਹੈ, ਸ਼ੁਕਰਾਨਾ ਕਰੂਗਾ। ਉਹ ਧੰਨਤਾ ਦੇ ਯੋਗ ਸ਼ਬਦ ਕਹੂਗਾ, ਵਾਹਿਗੁਰੂ ਨੂੰ ਤੈਂ ਪ੍ਰਭਤਾ ਬਖਸ਼ੀ ਹੈ ਮੇਰੇ ਮਿੱਤਰ ਨੂੰ। ਤੇ ਹੱਠ ਤਿਆਗ ਕਰਕੇ ਤੇ ਆਪਣੀ ਗੱਲ ਮਨਾਉਣ ਦੇ ਲਈ ਹੱਠ ਨਹੀਂ ਕਰੂਗਾ। ਫਿਰ ਇਹ ਗੁਰਮੁਖ ਦੇ ਐਸੇ ਲੱਛਣ। ਤੇ ਇਸ ਕਰਕੇ ਜਿਹੜਾ ਮਨਮੁਖ ਹੈ ਉਹਦੇ ਵੀ 4 ਲੱਛਣ। ਉਹ ਕੀ ਨੇ? ਉਹ ਕਰੂਰਤਾ ਵਾਲਾ ਔਗਣ ਹੈ। ਜੇ ਕਿਸੇ ਨੂੰ ਦੁਖੀ ਦੇਖ ਲੇ ਅੰਦਰ ਦੇ ਖਿੜ ਜਾਊਗਾ, ਕਹਿੰਦਾ ਵੀ ਚੰਗਾ ਹੋਇਆ, ਕਹਿੰਦਾ ਇਹਨੂੰ ਇਹ ਫਲ ਮਿਲਣਾ ਹੀ ਚਾਹੀਦਾ ਸੀ। ਇਹ ਮਨਮੁਖਤਾ ਦਾ ਲੱਛਣ ਹੈ। ਇਹਦੇ 4 ਲੱਛਣ ਇਸੇ ਤਰ੍ਹਾਂ ਨੇ। ਕਰੂਰਤਾ, ਅੱਛਾ, ਦੂਸਰੀ ਦਵੈਸ਼ ਕਰਨੀ। ਸੁਖੀ ਨੂੰ ਦੇਖ ਕੇ ਇੰਨੀ ਈਰਖਾ ਕਰੂਗਾ ਵੀ ਇਹਨੂੰ ਇਹ ਪਦਾਰਥ ਮਿਲ ਕਿਉਂ ਗਿਆ। ਇਹ ਪਰਮਾਤਮਾ ਦੀ ਵੀ ਨਾਰਾਜ਼ਗੀ ਹੋ ਜਾਂਦੀ ਹੈ। ਤੇ ਇਸ ਕਰਕੇ ਬੈਰ ਭਾਵ ਦੂਜੇ ਦੀ ਪ੍ਰਭਤਾ ਵੇਖ ਕੇ ਦੁਖੀ ਹੋਊਗਾ, ਸੜੂਗਾ, ਤੇ ਕਿਸੇ ਨਾ ਕਿਸੇ ਤਰ੍ਹਾਂ ਮੈਂ ਇਹਦੀ ਬੇਇੱਜ਼ਤੀ ਕਰਾਂ। ਕਿਹੜੇ ਤਰੀਕੇ ਨਾਲ ਕਰਾਂ? ਲਿਖਤ ਰੂਪ 'ਚ ਕਰਾਂ, ਪ੍ਰਚਾਰ ਕਰਾਂ। ਤੇ ਇਹ ਕੰਮ ਕਰਨ ਦੇ ਲਈ ਕੋਰੋਂ ਪੈਸੇ ਖਰਚਣ ਨੂੰ ਤਿਆਰ ਹੈ ਵੀ ਇਹਦੀ ਬੇਇੱਜ਼ਤੀ ਹੋ ਜਾਏ, ਪਰ ਪੈਸੇ ਮੈਂ ਖਰਚਦਾ ਵੀ ਤੂੰ ਮੜ ਜਾ ਮੂਹਰੇ ਲੱਗ ਜਾ। ਇਹ ਮਨਮੁਖਤਾ ਦੇ ਲਈ। ਅਯੋਗ ਹੱਠ, ਆਪਣੀ ਗੱਲ ਮਨਾਉਣ ਦੇ ਲਈ ਅੜਿਆ ਰਹਿਣਾ, ਚਾਹੇ ਗਲਤੀ ਹੋਵੇ। ਉਹ ਇਹ ਕਿਹਾ ਵੀ ਮਨਮੁਖਾਂ ਦੇ ਲੱਛਣ।
ਗੁਰਮੁਖ ਗੁਰਮੁਖਾਂ ਦੀ ਸੰਗਤ ਕਰਕੇ ਪਰਮਾਤਮਾ ਲਾਦਾ ਲੱਭੀਦਾ, ਮਨਮੁਖਾਂ ਦੀ ਸੰਗਤ ਕਰਕੇ ਪਰਮਾਤਮਾ ਦਾ ਨਾਮ ਗਵਾਇਆ ਜਾਂਦਾ ਹੈ। ਇਸ ਕਰਕੇ ਗੁਰਮੁਖ ਲਾਦਾ, ਮਨਮੁਖ ਗਵਾਇਆ ਕਿਹਾ ਹੈ। ਤੁਧ ਆਪ ਵਿਛੋੜਿਆ ਆਪ ਮਿਲਾਇਆ। हे ਪ੍ਰਭੂ, ਤੁਧ ਤੁਸਾਂ ਨੇ ਆਪ ਹੀ ਆਪਣੇ ਨਾਲੋਂ ਮਨਮੁਖਾਂ ਨੂੰ ਵਿਛੋੜਿਆ, ਆਪ ਹੀ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲਿਆ। हे ਪ੍ਰਭੂ ਜੀ, ਤੁਧ ਤੁਸੀਂ ਆਪ ਹੀ ਅਗਿਆਨੀਆਂ ਨੂੰ ਅਗਿਆਨ ਕਰਕੇ ਵਿਛੋੜ ਦਿੱਤਾ ਹੈ ਤੇ ਆਪ ਹੀ ਗਿਆਨੀਆਂ ਨੂੰ ਗਿਆਨ ਕਰਕੇ ਬ੍ਰਹਮ ਗਿਆਨ ਦੇ ਕੇ ਆਪਣੇ ਨਾਲ ਮਿਲਾ ਲਿਆ, ਗੁਰੂ ਸਰੂਪ ਦੁਆਰਾ ਗਿਆਨ ਦੇ ਦਿੱਤਾ ਹੈ। हे ਪ੍ਰਭੂ, ਤੁਧ ਤੁਸਾਂ ਨੇ ਆਪ ਹੀ ਗੁਰਮੁਖਾਂ ਨੂੰ ਕਸੰਗਤ ਵਿਸ਼ੇ ਵਿਕਾਰ ਨਿੰਦਿਆ ਦਵੈਸ਼ ਈਰਖਾ ਵਕੀਲੀ ਇਹਨਾਂ ਔਗਣਾਂ ਤੋਂ ਵਿਛੋੜ ਦਿੱਤਾ ਹੈ ਅਤੇ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਸਤ ਸੰਗਤ ਸੇਵਾ ਸਿਮਰਨ ਧਰਮ ਦੇਵੀ ਗੁਣਾਂ ਦੇ ਨਾਲ ਮਿਲਾਇਆ ਹੈ। ਇਹਨਾਂ ਗੁਣਾਂ ਨਾਲ ਤੁਸੀਂ ਆਪ ਹੀ ਮਿਲਾਇਆ ਜੇ। ਤੂੰ ਦਰਿਆਓ ਸਭ ਤੁਝ ਹੀ ਮਾਹੇ। हे ਵਾਹਿਗੁਰੂ, ਤੂੰ ਦਰਿਆਓ ਸਮੁੰਦਰ ਦੀ ਨਿਆਈ ਹੈ। ਫਾਰਸੀ ਵਿੱਚ ਦਰਿਆਓ ਦਾ ਅਰਥ ਹੀ ਸਮੁੰਦਰ ਹੈ। ਸਾਰੇ ਜੀਵ ਤੁਧ ਹੀ ਤੁਹਾਡੇ ਹੀ ਮਾਹੇ ਵਿੱਚ। ਬਰਮਾ ਵਿਸ਼ਨੂੰ ਮਹੇਸ਼ ਇਹ ਲਹਿਰਾਂ ਦੀ ਨਿਆਈ ਤੇਰੇ ਵਿੱਚ ਨੇ। ਲਹਿਰੀ ਵਿਸ਼ਨ ਮਹੇਸ਼ ਕਿਹਾ ਵਿਚਾਰ ਸਾਗਰ ਦੇ ਵਿੱਚ। ਜੀਵ ਬੁਲਬੁਲਿਆਂ ਦੀ ਨਿਆਈ ਨੇ, ਜਿਹਦੀਆਂ ਬੁੱਧਮਤਾਂ ਬੁਲਬੁਲੇ ਉੱਠਦੇ ਆ, ਤੇ ਬਾਕੀ ਦੇ ਸਰੀਰ ਝੱਗ ਦੀ ਨਿਆਈ ਆ। ਭਾਈ ਤੂੰ ਦਰਿਆਓ ਸਮੁੰਦਰ ਦੀ ਨਿਆਈ, ਸਾਰੇ ਜੀਵ ਤੇਰੇ ਵਿੱਚ ਜੀ ਜੰਤ। ਤੇ ਉਹ ਕੈਸੇ ਨੇ ਮਹਾਰਾਜ? ਉਹ ਤੇਰੇ ਵਿੱਚ ਹੀ ਨੇ, ਉਹ ਜਲਦੀ ਨਿਆਈ ਤੇਰੇ ਵਿੱਚ। हे ਪ੍ਰਭੂ, ਤੂੰ ਦਰਿਆਓ ਸਰਬੀ ਭੂਤ ਸਰੂਪ ਹੋ, ਸਦਾ ਹੀ ਢਲਣ ਵਾਲੇ ਹੋ, ਪਸੀਜਣ ਵਾਲੇ ਹੋ ਤੇ ਸਭ ਸਾਰੇ ਤਤ ਬੇਤੇ ਭਗਤੀ ਨੂੰ ਤੁਧ ਹੀ ਤੇਰੇ ਵਿੱਚ ਮਾਹੇ ਵਿਚਨ ਸਮਾਗ ਨਹੀਂ ਜਾਂਦੇ ਹੈ। ਭਗਵਾਨ ਕ੍ਰਿਸ਼ਨ ਦੇ ਸਾਰੇ ਜੀਵਨ ਦੇ ਵਿੱਚ ਕਿਤੇ ਰੋਣਾ ਨਹੀਂ ਲਿਖਿਆ ਹੋਇਆ, ਪਰ ਜਦੋਂ ਸਦਾਮਾ ਸਾਹਮਣੇ ਆਇਆ, ਉਹਦੇ ਫਟੇ ਕੱਪੜੇ ਦੇਖੇ, ਉਹਦੇ ਪੈਰ 'ਚ ਬਿਆਈਆਂ ਦੇਖੀਆਂ, ਉਹਦੀ ਗਿਰਬੀ ਦੀ ਗਿਰਬੇ ਹਾਲਤ ਦੇਖੀ, ਉਸੇ ਵੇਲੇ ਫਿਰ ਗਲ ਲਾ ਕੇ ਭਗਵਾਨ ਕ੍ਰਿਸ਼ਨ ਜੀ ਰੋਏ। ਕਹਿੰਦੇ ਦੇਖ ਸਦਾਮੇ ਕੀ ਦੀਨ ਦਸ਼ਾ, ਕਰਨਾ ਨਿਧ ਕਰਨਾ ਕਰਕੇ ਰੋਏ। ਇਹ ਹੈ ਪ੍ਰਭੂ ਜਿਹੜਾ ਨਾ ਉਹ ਬੇਚੈਨ ਹੁੰਦਾ ਹੈ। ਮੰਝ ਪਾਣੀ ਦੇ ਵਿੱਚ ਖੜਾ ਹੈ, ਜੁੱਤੀ ਨਹੀਂ ਪਾਈ ਗੁਰੂ ਅਰਜਨ ਦੇਵ ਜੀ ਨੇ, ਨੰਗੇ ਪੈਰੀ ਦੌੜੇ ਆਏ, ਕਸਵਟੀਆਂ ਜਾਣ ਕੇ ਲਾਈਆਂ। ਮਹਾਰਾਜ ਬੂਹੇ ਦੇ ਅੱਗੇ ਖੜਿਆ, ਰੱਸੇ ਲਿਆਓ ਭਾਈ, ਲੱਜਾਂ ਲਿਆਓ, ਜੁੱਤੀ ਵੀ ਬਾਅਦ ਚ ਲੈ ਕੇ ਆਏ ਸਿੱਖ। ਕਿਨਾਰੇ ਤੇ ਆ ਕੇ ਕਹਿੰਦੇ ਮੰਝ, ਕਹਿੰਦੇ ਆ ਜਾ ਹੁਣ ਤੂੰ ਬਾਹਰ। ਉਹਦੀ ਕਰਨੀ ਤੇ ਅੱਖਾਂ ਭਰ ਆਏ ਗੁਰੂ ਅਰਜਨ ਦੇਵ ਜੀ। ਧੰਨ ਹੈ ਉਹ ਗੁਰੂ ਸਿੱਖਾ, ਗੁਰੂ ਨਾਨਕ ਦੇ ਸਿੱਖਾ। ਮਹਾਰਾਜ ਕਹਿੰਦੇ ਆ ਜਾ ਮੰਝ ਬਾਹਰ, ਰੱਸਾ ਸਿੱਟਿਆ। ਕਹਿੰਦਾ ਨਹੀਂ ਮਹਾਰਾਜ, ਪਹਿਲਾਂ ਲੱਕੜਾਂ ਕੱਢ ਲਓ, ਜੇ ਲੱਕੜਾਂ ਭਿੱਜ ਗਈਆਂ ਲੰਗਰ ਨਹੀਂ ਬਣਨਾ, ਲੱਕੜਾਂ ਕੰਮ ਆਉਣਗੀਆਂ। ਸਰੀਰ ਦਾ ਕੀ ਹੈ ਸੱਚੇ ਪਾਤਸ਼ਾਹ ਜੀ, ਤੁਹਾਡੇ ਲੰਗਰ ਦੀਆਂ ਲੱਕੜਾਂ ਨਾ, ਜੇ ਮੈਨੂੰ ਕੱਢਣਾ ਇਹ ਲੱਕੜਾਂ ਦੇ ਆਸਰੇ ਤੁਸੀਂ ਤੁਹਾਡੇ ਦਰਸ਼ਨ ਹੋਏ ਨੇ, ਪਹਿਲਾਂ ਲੱਕੜਾਂ ਕੱਢ ਲਓ। ਫਿਰ ਬਾਹਰ ਨਿਕਲਿਆ, ਮੰਝ ਮੰਗ ਲੈ, ਜੋ ਕੁਛ ਮੰਗੇ ਉਹੀ ਦਊਂ। ਕਹਿੰਦੇ ਮਹਾਰਾਜ ਢਾਡੀ ਕੋ ਮੰਗਣ ਚੇਤਨ ਆਵੇ। ਕਹਿੰਦੇ ਤੀਸਰਾ ਵਚਨ ਹੈ ਮੰਝ। ਕਹਿੰਦਾ ਮਹਾਰਾਜ ਫਿਰ ਅੱਗੇ ਤੋਂ ਕਿਸੇ ਸਿੱਖ ਨੂੰ ਹੁਣ ਇਹੀ ਜੀ ਕਸਵੱਟੀ ਨਾ ਲਾ ਦਿਓ, ਕਲਯੁਗ ਦਾ ਸਮਾਂ ਸਿੱਖਾਂ ਤੋਂ ਪਾਸ ਨਹੀਂ ਹੋਇਆ ਜਾਣਾ। ਕਹਿੰਦੇ ਚੰਗਾ ਤੈਨੂੰ ਵਰ ਦਿੰਦੇ ਆ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਰ। ਤੈਨੂੰ ਜਹਾਜ਼ ਹੀ ਬਣਾ ਦਿੱਤਾ, ਤੇਰੀ ਸਾਖੀ ਪੜ੍ਹੇ ਸੁਣਿਆ ਕਰਨਗੇ, ਸੰਸਾਰ ਤੋਂ ਤੈਅ ਕਰਨਗੇ। ਐ ਦਰਬੀ ਭੂਤ ਹੈ, ਢਲ ਜਾਣਾ। ਗੁਰੂ ਦੇ ਵਿੱਚ ਇਹ ਐਸੀ ਸਮਰੱਥਾ ਹੈ। ਦੀਨ ਦੁਖੀਆਂ ਨੂੰ ਦੇਖ ਕੇ ਆਪਣਾ ਸਿਰ ਧੜਤਾ ਵੱਖਰਾ ਕਰਾ ਲਿਆ, ਪਰ ਤਿਲਕ ਜੰਜੂ ਦੀ ਰਾਖੇ ਉਹ ਰੋਂਦੇ ਹੀ ਸੀ, ਅੱਖਾਂ ਭਰ ਭਰ ਕੇ ਰੋਂਦੇ ਸੀ, ਉਹਨਾਂ ਦਾ ਦੁੱਖ ਮਿਟਾ। ਦਰਬੀ ਭੂਤ ਹੋ ਜਾਂਦੇ ਨੇ। ਮਹਾਰਾਜ ਨੇ ਸਰਬੰਸ ਮਾਰ ਦਿੱਤਾ, ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, ਧਰਮ ਦੀ ਬਿਰਤੀ ਵਾਸਤੇ। ਐਸੇ ਮਹਾਰਾਜ ਹਨ। ਤੁਝ ਬਿਨ ਦੂਜਾ ਕੋਈ ਨਾ ਹੈ, ਤੁਧ ਤੁਹਾਡੇ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ ਹੈ। ਜੈਸੇ ਕਿ ਤੁਝ ਬਿਨ ਦੂਜਾ ਨਾ ਹੀ ਕੋਈ, ਤੂੰ ਕਰਤਾਰ ਕਰੇ ਸੋ ਹੋਏ। ਦੂਜਾ ਤੁਹਾਡੇ ਮੁਕਾਬਲੇ 'ਚ ਕੁਝ ਨਹੀਂ ਕਰਨ ਵਾਲਾ ਕੋਈ। ਜੀ ਜੰਤ ਸਭ ਤੇਰਾ ਖੇਲ। ਜੀ ਅਸਤੂਲ ਜਿਨ੍ਹਾਂ ਵਿੱਚ ਹੱਡੀਆਂ ਹੁੰਦੀਆਂ ਨੇ, ਜੰਤ ਸੂਖਮ ਜਿਨ੍ਹਾਂ ਦੇ ਵਿੱਚ ਇਕੱਲਾ ਮਾਸ ਹੀ ਹੁੰਦਾ, ਹੱਡੀਆਂ ਨਹੀਂ ਹੁੰਦੀਆਂ, ਉਹਨੂੰ ਜੰਤ ਕਹਿੰਦੇ ਆ। ਇਹ ਸਭ ਆਪ ਜੀ ਦਾ ਖੇਲ ਨਾਮ ਕੌਤਕ ਦਾ। ਜੀ ਵੱਡੇ ਭਾਵ ਬਰਮਾਦਕ, ਜਿਹੜੇ ਬਰਮਾ ਆਦਿਕ ਨੇ, ਜੰਤ ਛੋਟੇ ਭਾਵ ਤੇ ਉਹ ਜਿਹੜੇ ਮੱਛਰ ਆਦਿਕ ਨੇ, ਇੱਕ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਸਭ ਤੇਰਾ ਖੇਲ ਕੌਤਕ ਹੈ। ਤੁਝ ਬਿਨ ਦੂਜਾ ਨਾ ਹੀ ਕੋਏ, ਸਭ ਤੇਰੋ ਖੇਲ ਤੁਝ ਮਾਹੇ ਸਮਾਹੇ। ਚੀਟੀ ਤੇ ਕੁੰਚਰੋ ਥੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ। ਜੋ ਜੀਵ ਜੰਤ ਬਾਜੇ ਦਾ ਨਾਮ ਹੁੰਦਾ ਹੈ,
ਇਹ ਸਭ ਤੇਰੀ ਰਚਿਆ ਹੋਇਆ ਖੇਲ ਹੈ। ਨਾਨਕ ਵੱਜਦਾ ਜੰਤ ਵਜਾਇਆ, ਇਹ ਤਾਂ ਬਾਜਿਆਂ ਦੀ ਤਰ੍ਹਾਂ ਵੱਜ ਰਹੇ ਹਨ ਜੀ। ਸੰਜੋਗ ਮਿਲ ਵਿਛੜਿਆ ਸੰਜੋਗੀ ਮੇਲ। ਇਹ ਗੱਲ ਧਿਆਨ ਯੋਗ ਹੈ ਕਿ ਜਦੋਂ ਵਿਜੋਗੀ ਕਰਮ ਮੂਹਰੇ ਆ ਜਾਂਦਾ ਹੈ ਤਾਂ ਮਿਲੇ ਹੋਏ ਸੰਬੰਧੀ, ਮਿਲਿਆ ਹੋਇਆ ਪਦਾਰਥ, ਧਨ ਪਦਾਰਥ ਉਹ ਵਿਛੜ ਜਾਂਦਾ ਹੈ। ਸੰਬੰਧੀ ਵਿਛੜ ਜਾਣਗੇ, ਪਦਾਰਥ ਵਿਛੜ ਜਾਊਗਾ। ਜਦੋਂ ਸੰਜੋਗੀ ਕਰਮ ਆਉਂਦਾ ਹੈ, ਵਿਛੜਿਆ ਹੋਇਆ ਜਿਹੜੇ ਉਹ ਪਦਾਰਥ ਤੇ ਸੰਬੰਧੀ ਉਹਨਾਂ ਦਾ ਮੇਲ ਹੋ ਜਾਂਦਾ ਹੈ। ਸੰਜੋਗ ਵਿਜੋਗ ਮੇਰੇ ਪ੍ਰਭ ਕੀਏ, ਸ੍ਰਿਸ਼ਟ ਉਪਾਏ ਦੁੱਖਾ ਸੁਖ ਦੀਏ। ਸੰਜੋਗੀ ਮੇਲ ਆਵੜਾ, ਇਨ ਤਜ ਕੀਤੇ ਭੋਗ। ਵਿਜੋਗੀ ਮਿਲ ਵਿਛੜੇ, ਨਾਨਕ ਪੀ ਸੰਜੋਗ। ਜਿਹੜਾ ਮਨੁੱਖ ਸਤਿਗੁਰਾਂ ਦੀ ਵਿਜੋਗੀ ਭਾਵ ਸਤਿਗੁਰਾਂ ਨਾਲੋਂ ਟੁੱਟਿਆ ਹੋਇਆ ਹੈ, ਉਹ ਪ੍ਰਭੂ ਨਾਲੋਂ ਵਿਛੜਿਆ ਹੋਇਆ ਹੈ। ਜਿਹੜਾ ਸਤਿਗੁਰਾਂ ਦਾ ਸੰਜੋਗੀ ਹੈ, ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ, ਬਾਣੀ ਨਾਲ ਜੁੜਿਆ, ਗੁਰੂ ਨਾਨਕ ਨਾਲ ਜੁੜਿਆ, ਮਿਲਿਆ ਹੋਇਆ, ਉਹ ਪ੍ਰਭੂ ਨਾਲ ਵੀ ਮੇਲ ਹੋ ਜਾਏਗਾ। ਵਿਜੋਗ ਵਿਛੋੜਾ ਪਾਉਣ ਵਾਲੀ ਜੋ ਆਸਰੀ ਸੰਪਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜੋ ਇਹਨਾਂ ਨੂੰ ਮਿਲਿਆ ਉਹ ਪ੍ਰਭੂ ਤੋਂ ਵਿਛੜ ਗਿਆ। ਜੋ ਸੰਜੋਗੀ ਦੈਵੀ ਗੁਣਾਂ ਨਾਲ, ਸਤ ਸੰਤੋਖ ਦਇਆ ਧਰਮ ਇਹਨਾਂ ਦੇ ਨਾਲ ਮਿਲਿਆ, ਉਹ ਪ੍ਰਭੂ ਨਾਲ ਮਿਲ ਜਾਏਗਾ। ਜਿਹੜਾ ਵਿਜੋਗੀ ਮਨਮੁਖਾਂ ਨਾਲ ਮਿਲਿਆ, ਉਹ ਪ੍ਰਭੂ ਨਾਲੋਂ ਵਿਛੜ ਜਾਂਦਾ ਹੈ। ਜੋ ਸਤ ਸੰਗਤ ਜਾਂ ਨਾਮ ਦਾ ਸੰਜੋਗੀ ਹੋ ਗਿਆ, ਉਹ ਵਾਹਿਗੁਰੂ ਨਾਲ ਮਿਲ ਜਾਂਦਾ ਹੈ। ਜਿਸਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ। ਹੇ ਵਾਹਿਗੁਰੂ, ਤੂੰ ਆਪਣੀ ਪ੍ਰਾਪਤੀ ਦਾ ਰਸਤਾ ਜਣਾਏ ਜਣਾਉਂਦਾ ਹੈ। ਜਿਸ ਨੂੰ ਵੀ ਤੂੰ ਜਣਾਵੇਂ, ਜਿਸ ਨੂੰ ਆਪ ਜਣਾਏ, ਜਿਸ ਨੂੰ ਤੂੰ ਜਾਣਾ ਹੈ, ਤੇ ਉਹੀ ਸੱਚੇ ਪਾਤਸ਼ਾਹ ਜਾਣ ਸਕਦਾ ਹੈ। ਉਹ ਗੁਰਮੁਖ ਜਾਣ ਲੈਂਦਾ ਤੇਰੀ ਪ੍ਰਾਪਤੀ ਦੇ ਰਸਤੇ, ਉਸ ਨੂੰ ਜਾਣ ਲੈਂਦਾ ਕਿ ਗਿਆਨ ਭਗਤੀ ਦਾ, ਭਗਤੀ ਸਹਿਤ ਗਿਆਨ ਦਾ ਰਸਤਾ ਹੈ। ਆਪ ਜੀ ਦੇ ਸਰੂਪ ਨੂੰ ਤੇ ਪਰਮੇਸ਼ਰ ਜੀ ਜਿਸ ਨੂੰ ਆਪ ਜਣਾਉਂਦੇ ਹੋ, ਉਹ ਤੁਹਾਡੇ ਸਰੂਪ ਦੀ ਲਖਤਾ ਕਰ ਲੈਂਦਾ ਹੈ। ਹਰ ਗੁਣ ਸਦ ਹੀ ਆਖ ਵਖਾਣੈ। ਉਹ ਹਰ ਪ੍ਰਭੂ ਦੇ ਗੁਣਾਂ ਨੂੰ ਸਦ ਹਮੇਸ਼ਾ ਹੀ ਆਖ ਮੂੰਹ ਦੇ ਦੁਆਰਾ ਬਖਾਣਾ, ਬਖਿਆਨ ਕਰਦਾ, ਪ੍ਰਮਾਤਮਾ ਦਾ ਜਸ ਕਰਦਾ ਜਾਂ ਸੁਣਦਾ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਤੇ ਉਹ ਪਰਮੇਸ਼ਰ ਦੇ ਜਸ ਨੂੰ ਹਰ ਵਕਤ ਸੁਣਦਾ ਕਰਦਾ ਰਹਿੰਦਾ ਹੈ। ਜਿਨ ਹਰ ਸੇਵਿਆ, ਜਿਨ੍ਹਾਂ ਨੇ ਵਾਹਿਗੁਰੂ ਨੂੰ ਸੇਵਨਾ ਕੀਤਾ, ਨਾਮ ਜਪਿਆ, ਤੇ ਉਹਨਾਂ ਨੇ ਆਤਮਿਕ ਸੁਖ ਨੂੰ ਪਾ ਲਿਆ। ਜਿਨ੍ਹਾਂ ਨੇ ਹਰ ਪ੍ਰਭੂ ਨੂੰ ਸੇਵਿਆ, ਸਿਮਰਿਆ, ਉਹਨਾਂ ਨੇ ਸੁਖ ਆਨੰਦ ਨੂੰ, ਸੁਖ ਸਰੂਪ ਵਾਹਿਗੁਰੂ ਨੂੰ ਪਾ ਲਿਆ ਹੈ। ਸਹਜੇ ਹੀ ਹਰ ਨਾਮ ਸਮਾਇਆ। ਤੇ ਉਹ ਫਿਰ ਨਿਰਜਤ ਨਹੀਂ, ਸੁਤੇ ਸਿੱਧ ਹੀ ਉਹ ਪ੍ਰਭੂ ਦੇ ਵਿੱਚ ਸਮਾ ਜਾਂਦੇ ਹਨ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। हे ਪ੍ਰਭੂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਕਰਤਾ ਰਚਨਹਾਰ ਹੈ ਤੇ ਸਭ ਤੇਰਾ ਹੀ ਕੀਤਾ ਹੋਇਆ। ਇਹ ਤੇਰਾ ਕੀਤਾ ਹੋਇਆ ਹੀ ਹੋ ਰਿਹਾ ਹੈ। ਤੁਧ ਬਿਨ ਦੂਜਾ ਅਵਰ ਨ ਕੋਏ। ਤੁਧ ਬਿਨ ਦੂਜਾ ਅਵਰ ਨ ਕੋਏ। ਤੁਧ ਤੇ ਤੋਂ ਬਿਨਾ ਸੰਸਾਰ ਦੀ ਰਚਨਾ ਕਰਨ ਵਾਲਾ ਦੂਸਰਾ ਅਵਰ ਹੋਰ ਕੋਈ ਨਹੀਂ ਹੈ। ਨਾਨਕ ਰਚਨਾ ਪ੍ਰਭ ਰਚੀ, ਬਹੁਵਿਧ ਅਨਕ ਪ੍ਰਕਾਰ। ਇਹ ਤੇਰੀ ਰਚਨਾ ਹੈ ਜੀ। ਤੁਧ ਬਿਨ ਦੂਸਰਾ ਨਹੀਂ ਕਿ ਤੂੰ ਕਰਤਾ, ਤੇਰਾ ਸਭ ਕੀਆ, ਤੁਧ ਬਿਨ ਅਵਰ ਨਾ ਕੋਈ ਵੀ ਆ। ਜਿਵੇਂ ਖੰਡ ਦੇ ਬਣੇ ਹੋਏ ਖਿਡੌਣੇ ਹੁੰਦੇ ਨੇ, ਚਿੜੀਆਂ, ਕਬੂਤਰ, ਘੋੜੇ, ਹਾਥੀ। ਆ ਦੀਵਾਲੀ ਵਾਲੇ ਕੁਝ ਦਿਨਾਂ ਪਹਿਲਾਂ ਬਣਾਉਂਦੇ ਖੰਡ ਦੇ ਖੇਲਣੇ, ਉਹ ਅਲੱਗ-ਅਲੱਗ ਨਿਆਣਾ ਖੁਸ਼ ਹੁੰਦਾ, ਹਾਥੀ ਹੈ, ਘੋੜਾ ਹੈ, ਆ ਚਿੜੀ ਹੈ। ਪਰ ਜਦੋਂ ਜੀਭ ਲਾਓ, ਜੀਭ ਕਹਿੰਦੀ ਹੈ ਖੰਡ ਹੀ ਆ ਸਾਰੀ। ਇਸੇ ਤਰ੍ਹਾਂ ਅਗਿਆਨ ਦੀ ਦ੍ਰਿਸ਼ਟੀ ਦੁਆਰਾ ਵੱਖਰੇ ਵੱਖਰੇ ਜੀਵਨ, ਗਿਆਨ ਦ੍ਰਿਸ਼ਟੀ ਦੁਆਰਾ ਕੀ ਹੈ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ। ਉਹ ਗਿਆਨ ਦ੍ਰਿਸ਼ਟੀ ਜਿਵੇਂ ਜੀਵ ਨਾਲ ਖੰਡ ਦਾ ਪਤਾ ਲੱਗਦਾ ਹੈ, ਗਿਆਨ ਦੁਆਰਾ ਪ੍ਰਮਾਤਮਾ ਦਾ ਪਤਾ ਲੱਗਦਾ ਹੈ। ਉਹ ਵਿਆਪਕ ਹੈ ਪਰਮੇਸ਼ਰ, ਤੇ ਉਹ ਸਾਰੀ ਜਗ੍ਹਾ ਹੈ। ਇਹ ਖਿਡੌਣਿਆਂ ਦੀ ਨਹੀਂ ਹੈ, ਪ੍ਰਮਾਤਮਾ ਆਪ ਸਾਰੇ ਜਗ੍ਹਾ ਵਿਆਪਕ ਹੈ। ਤੂੰ ਕਰ ਕਰ ਕਹਿ ਜਾਣੈ ਸੋਏ। ਤੂੰ ਆਪ ਹੀ ਸਾਰੇ ਸੰਸਾਰ ਨੂੰ ਕਰ ਉਤਪਤੀ ਕਰਕੇ, ਕਰ ਪਾਲਣਾ ਕਰਕੇ, ਸਾਰੇ ਜੀਵਨ ਨੂੰ ਵੇਖ ਰਿਹਾ। ਉਹਨਾਂ ਦੇ ਚੰਗੇ ਮੰਦੇ ਕਰਮਾਂ ਨੂੰ, ਸੋਏ ਕਣਸੋਆਂ ਨੂੰ ਆਪ ਹੀ ਜਾਣਦਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਸਤਿਗੁਰੂ ਜੀ ਫਰਮਾਨ ਕਰਦੇ, ਹੈ ਵਾਹਿਗੁਰੂ ਜੀ, ਪਰਮਾਤਮਾ ਜੀ, ਤੂੰ ਜਨ ਗੁਰਮੁਖ ਜਨਾਂ ਭਗਤ ਜਨਾਂ ਦੇ ਹਿਰਦਿਆਂ ਦੇ ਵਿੱਚ ਪ੍ਰਗਟ ਪ੍ਰਤੱਖ ਹੁੰਨਾ ਹੈ। ਗੁਰਮੁਖਾਂ ਦੇ ਹਿਰਦਿਆਂ ਵਿੱਚ ਤੂੰ ਸਾਖਸ਼ਾਤ ਹੈ। ਮਨਮੁਖਾਂ ਦੇ ਹੈ ਹਿਰਦੇ 'ਚ, ਮਨਮੁਖਾਂ ਦੇ ਵੀ, ਪਰ ਉਹਦਾ ਫਰਕ ਕੀ ਹੈ? ਤੂੰ ਹਿਰਦੇ ਗੋਤ ਬਸਿਆ ਤੇ ਰਾਤੀ ਤੇਰਾ ਭਾਉ ਨਾ ਬੁਝੇ ਗਵਾਰੀ। ਮੂਰਖਾਂ ਨੇ ਜਾਣਿਆ ਨਹੀਂ, ਹੈ ਉਹਨਾਂ ਦੇ ਹਿਰਦੇ ਦੇ ਵਿੱਚ ਵੀ।
ਦੀਵਾ ਜਗਦਾ ਹੋਵੇ ਉਹਦੇ ਤੇ ਬਰਤਨ ਮੁੱਧਾ ਮਾਰ ਦੋ, ਘਰ 'ਚ ਤਾਂ ਹਨੇਰਾ ਹੀ ਰਹੂਗਾ। ਉਹ ਦੀਵੇ ਦਾ ਤਾਂ ਕਸੂਰ ਨਹੀਂ ਹੈ, ਜਿਹੜਾ ਠੀਕਰਾ ਮੁੱਧਾ ਮਾਰਿਆ ਉਹਦਾ ਕਸੂਰ ਹੈ। ਅੰਦਰ ਗਿਆਨ ਦਾ ਚਾਨਣ ਵੇਲੇ ਵਾਹਿਗੁਰੂ ਦੀ ਅੰਨ ਸਾਡੇ ਅੰਦਰ ਹੈ, ਪਰ ਅਗਿਆਨ ਦਾ ਠੀਕਰਾ ਅਸੀਂ ਆਪੇ ਮਾਰਿਆ ਹੋਇਆ ਉਹਦੇ। ਉਹ ਚੱਕਦੀ ਆ ਗੁਰਬਾਣੀ, ਗੁਰਬਾਣੀ ਇਸ ਜੱਗ ਮੈਂ ਚਾਨਣ। ਸੋ ਇੱਥੇ ਮਹਾਰਾਜ ਸਾਹਿਬ ਨੇ 2 ਸ਼ਬਦ ਰਹਿਰਾ ਸਾਹਿਬ ਦੇ ਕਰਵਾ ਲਏ ਆ। ਅੱਜ ਜਿਹੜੀ ਅੱਜ ਦੀ ਉਹਦੇ ਵਿੱਚ ਕਥਾ 'ਚ 2 ਸ਼ਬਦ ਹੋਏ, ਸੋ ਪੁਰਖ ਵਾਲਾ ਤੂੰ ਕਰਤਾ ਚਾਰ ਮੈਂਡਾ ਸਾਈਂ। ਅੱਗੇ ਮਹਾਰਾਜ ਤਿਤ ਸਰਵੜੇ ਪਹਿਲੇ ਨਿਵਾਸਾ ਵਾਲਾ, ਇਹ ਵੀ 2 ਸ਼ਬਦ ਅੱਗੇ ਮਹਾਰਾਜ ਕਰਵਾ ਲੈਣਗੇ। ਗੁਰੂ ਕਿਰਪਾ ਕਰੇ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਰ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ